ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸ਼ਲੋਕ 12 ਤੇ ਵਧੀਕ ਮਹੱਲਾ ਪਹਿਲਾ। ਓ ਤੰਗੀ ਪੈ ਓਹਰੀ ਗਹਿਰ ਗੰਭੀਰੀ ਸਸੁੜ ਸੁਹੀਆ ਕੇਵ ਕਰੀ ਨਿਵਨ ਨਾ ਜਾਏ ਥਣੀ ਗਚ ਜੇ ਲੱਗਾ ਗਿੜਵੜੀ ਸਖੀਏ ਤੌਲ ਹਰੀ ਸੇ ਪੀ ਢੈਂਦੇ ਡਿਠ ਮੈਂ ਮੁੰਦ ਨਾ ਗਰਭ ਥਣੀ ਸੁਣ ਮੁੰਦੇ ਹਰਣ ਆਖੀਏ ਗੂੜਾ ਵੈਣ ਅਪਾਰ ਪਹਿਲਾ ਵਸਤ ਸਜਾਣ ਕੈ ਤਾਂ ਕੀ ਜੈ ਵਾਪਾਰ ਦੋਹੀ ਦੀਜੈ ਦੁਰਜਨਾ ਮਿੱਤਰਾਂ ਪੂਜੈ ਕਾਰ ਜਿਤ ਦੋਹੀ ਸੱਜਣ ਮਿਲਨ ਲਹੁ ਮੁੰਦੇ ਵਿਚਾਰ ਤਨ ਮਨ ਦੀਜੈ ਸੱਜਣਾ ਐਸਾ ਹਸਣ ਸਾਰ ਤਿਸ ਸਿਉ ਨਿਹ ਨਾ ਕੀਜਈ ਜੇ ਦਿਸੈ ਚੱਲਣ ਹਾਰ ਨਾਨਕ ਜਿਨੀ ਏਵ ਕਰ ਬੁਝਿਆ ਤਿਨਾ ਮਿਟੋਂ ਕੁਰਬਾਨ ਨਾਨਕ ਜਿਨੀ ਏਵ ਕਰ ਬੁਝਿਆ ਤਿਨਾ ਮਿਟੋਂ ਕੁਰਬਾਨ। ਨਿਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਧਰਿਆਂ ਦੀ ਧਿਰ ਨੇ ਆਸਰਿਆਂ ਦਾ ਆਸਰਾ ਸ਼ਬਦਾ ਅਵਤਾਰ ਸ਼ਬਦ ਗੁਰੂ ਜਾਗਤ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਤਿਨਾਂ ਦੇ ਪਾਵਨ ਹਜ਼ੂਰੀ ਅੰਦਰ ਜਿੱਥੇ ਅਸੀਂ ਸਾਰੇ ਹੀ ਤਨ ਕਰਕੇ ਕੋਈ ਵਿਰਲਾ ਹੋਵੇਗਾ ਮਨ ਦਾ ਟਿਕਾ ਬਣਾ ਕੇ ਗੁਰੂ ਕੇ ਕੀਰਤਨੀਏ ਭਾਈ ਸਾਹਿਬ ਭਾਈ ਹਰਜੀਤ ਸਿੰਘ ਜੀ ਚਮਕ ਦਿੱਲੀ ਵਾਲੇ ਜੋ ਇਲਾਹੀ ਬਾਣੀ ਸਾਨੂੰ ਗੁਰੂ ਸ਼ਬਦ ਸਰਵਣ ਕਰਵਾ ਰਹੇ ਸਨ। ਮੈਂ ਆਪ ਨਾਲ ਪੜ੍ਹ ਕੇ ਮੰਗਲਾਚਰਨ ਦੇ ਰੂਪ ਵਿੱਚ ਸਾਂਝਾ ਕੀਤਾ ਹੈ। ਗੁਰੂ ਪਿਆਰਿਓ ਗੁਰੂ ਸਵਾਰਿਓ ਆਓ ਜੋ ਸ਼ਬਦ ਆਪਾਂ ਨੂੰ ਭਾਈ ਸਾਹਿਬ ਨੇ ਗਾ ਕੇ ਸੁਣਾਇਆ ਹੁਣ ਇਸ ਦੀ ਅਸੀਂ ਵਿਚਾਰ ਸਾਰੇ ਰਲ ਮਿਲ ਕੇ ਕਰੀਏ। ਗੁਰੂ ਚਰਨਾਂ ਵਿੱਚ ਲਵਾਈਏ ਹਾਜ਼ਰੀਆਂ ਬਣਾਈਏ ਰਸਨਾ ਨੂੰ ਸਫਲਾ ਕੋਈ ਵੀ ਰਸਨਾ ਵਾਂਝੀ ਨਾ ਰਹਿ ਜਾਵੇ। ਸਤਿਨਾਮ ਸ਼੍ਰੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਪਹਿਲਾ ਪਾਤਸ਼ਾਹ ਨੇ ਮੰਗਲਾਚਰਨ ਦੇ ਰੂਪ ਵਿੱਚ ਇੱਕ ਓੰਕਾਰ ਤੋਂ ਲੈ ਕਰਕੇ ਗੁਰ ਪ੍ਰਸਾਦ, ਫਿਰ ਇੱਕ ਓੰਕਾਰ ਤੋਂ ਲੈ ਕੇ ਗੁਰ ਪ੍ਰਸਾਦ ਤੱਕ ਜੋ ਮੰਗਲਾਚਰਨ ਹੈ ਪਰਮਾਤਮਾ ਇੱਕ ਹੈ, ਉਹਦਾ ਕੋਈ ਆਕਾਰ ਨਹੀਂ ਹੈ, ਉਹ ਨਿਰਾਕਾਰ ਹੈ, ਉਹ ਸਾਰਿਆਂ ਵਿੱਚ ਸਮਾਇਆ ਹੋਇਆ ਹੈ, ਉਹ ਨਿਰਵੈਰ ਹੈ, ਉਹਦਾ ਕਿਸੇ ਨਾਲ ਵੈਰ ਨਹੀਂ, ਉਹ ਪੁਰਖ ਹੈ, ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਹੈ।
ਜ਼ੋਨਾਂ ਤੋਂ ਪਰੇ ਹੈ, ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ। ਉਸ ਨਾਲ ਜੇ ਮਿਲਣਾ ਹੈ ਤੇ ਗੁਰੂ ਦੀ ਰਹਿਮਤ ਦੇ ਪਾਤਰ ਬਣਨਾ ਪਵੇਗਾ। ਗੁਰੂ ਦੀ ਕਿਰਪਾ ਸਦਕੇ ਉਸ ਨੂੰ ਮਿਲਿਆ ਜਾ ਸਕਦਾ ਹੈ। ਮੈਂ ਇਸ ਸ਼ਬਦ ਦਾ ਆਧਾਰ ਇਹ ਬਣਾਵਾਂਗਾ, ਤਨ ਮਨ ਦੀਜੈ ਸੱਜਣਾ। ਭਾਈ ਹੇ ਸੱਜਣਾ, ਜੇ ਉਸ ਪਰਮਾਤਮਾ ਨੂੰ ਮਿਲਣਾ ਹੈ, ਜੇ ਉਸ ਸੱਜਣ ਹਰੀ ਵਾਹਿਗੁਰੂ ਨੂੰ ਮਿਲਣਾ ਹੈ, ਹੇ ਮਨੁੱਖ, ਹੇ ਜੀਵ, ਤੇ ਫਿਰ ਤਨ ਸਰੀਰ ਅਤੇ ਮਨ ਫਿਰ ਕਿਆ ਦੀਜੈ, ਉਹਨੂੰ ਅਰਪਣ ਕਰ ਦੇ, ਉਸ ਮਾਲਕ ਨੂੰ ਭੇਟਾ ਕਰ ਦੇ। ਸ਼ਬਦ ਦੇ ਵਿੱਚ ਮਿਲਾਪ ਦੀ ਗੱਲ ਹੈ ਅਤੇ ਹਉਮੈ ਦੀ ਗੱਲ ਹੈ, ਨਾ ਲਿਖਣ ਦੀ ਗੱਲ ਹੈ। ਜੇ ਉਸ ਨੂੰ ਮਿਲਣਾ ਹੈ ਤੇ ਲਿਖਣਾ ਪੈਣਾ ਹੈ। ਜਦੋਂ ਹਨੇਰੀ ਆਉਂਦੀ ਹੈ, ਬਹੁਤ ਤੇਜ਼ ਵੇਗ ਵਿੱਚ ਹਨੇਰੀ ਆਵੇ ਨਾ, ਤੇ ਜਿਹੜੇ ਦਰਖਤ ਲਿਫ ਜਾਂਦੇ ਨੇ ਉਹ ਟੁੱਟਦੇ ਨਹੀਂ, ਤੇ ਜਿਨ੍ਹਾਂ ਨੂੰ ਲਿਫਣਾ ਨਹੀਂ ਆਉਂਦਾ ਉਹ ਟੁੱਟ ਜਾਂਦੇ ਨੇ, ਉਹ ਰਹਿੰਦੇ ਵੀ ਨਹੀਂ। ਇਸ ਨੂੰ ਆਪਾਂ ਆਧਾਰ ਬਣਾ ਕੇ ਵਿਚਾਰਨੇ ਆ। ਪਰ ਨਾਲ ਹੀ ਪਹਿਲਾਂ ਮੈਂ ਆਪ ਨਾਲ ਵਿਚਾਰ ਸਾਂਝੀ ਕਰ ਦੇਵਾਂ। ਸ਼ਲੋਕ ਵਾਰਾਂ ਤੇ ਵਧੀਕ। ਇਸ ਤੋਂ ਪਹਿਲਾਂ ਜਿਹੜੀ ਬਾਣੀ ਆਪਾਂ ਪੜ੍ਹ ਰਹੇ ਸਾਂ, ਭੱਟਾਂ ਦੇ ਸਵਈਏ ਹਰਬੰਸ ਭੱਟ ਜੀ ਨੇ ਕਿਹਾ ਸੀ, ਦੇਵਪੁਰੀ ਮਹਿ ਆਪ, ਇਥੋਂ ਆਰੰਭ ਹੋਇਆ ਇਹ ਸਵਈਆ ਤੇ ਸਮਾਪਤੀ ਹੋਈ ਸੀ ਛਤਰ ਸਿੰਘਾਸਨ ਪ੍ਰਥਮੀ ਗੁਰ ਅਰਜਨ ਕੋ ਦੇ ਆਏ। ਗੁਰੂ ਅਰਜਨ ਸਾਹਿਬ ਮਹਾਰਾਜ ਦੀ ਵਡਿਆਈ ਹੋ ਰਹੀ ਸੀ। ਇਸ ਤੋਂ ਬਾਅਦ ਆਹ ਸ਼ਬਦ ਆਰੰਭ ਹੋ ਗਿਆ, ਵਾਰਾਂ ਤੇ ਵਧੀਕ। ਹੁਣ ਆਮ ਆਪਾਂ ਨੂੰ ਬਹੁਤਿਆਂ ਨੂੰ ਇੰਨਾ ਨਹੀਂ ਪਤਾ ਵੀ ਇਹ ਵਾਰਾਂ ਤੇ ਵਧੀਕ ਕਿਉਂ ਸ਼ਬਦ ਆਇਆ, ਇਹਦਾ ਮਤਲਬ ਕੀ ਹੈ। ਵਾਰਾਂ ਤੇ ਵਧੀਕ, ਵਾਰ ਢਾਡੀ ਵੀ ਵਾਰਾਂ ਗਾਉਂਦੇ ਨੇ, ਉਹ ਵਾਰਾਂ ਗਾ ਕੇ ਵੀਰ ਰਸ ਭਰ ਦਿੰਦੇ। ਵਾਰਾਂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਮੇਂ ਤੇ ਵੀ ਗਾਈਆਂ ਜਾਂਦੀਆਂ ਸਨ, ਤੇ ਜਿਹੜੇ ਬੁਜਦਿਲ ਤੇ ਕਾਇਰ ਸਨ ਉਹਨਾਂ ਦੇ ਵਿੱਚ ਇਹੋ ਜਿਹੀਆਂ ਵਾਰਾਂ ਗਾ ਕੇ ਢਾਡੀ ਸਿੰਘਾਂ ਨੇ ਇਹੋ ਜਿਹਾ ਜੋਸ਼ ਭਰ ਦੇਣਾ ਕਿ ਉਹ ਆਪਣਾ ਆਪ ਸਮਰਪਿਤ ਕਰਨ ਲਈ ਤਿਆਰ ਹੋ ਜਾਂਦੇ। ਵਾਰਾਂ ਵਾਰ ਗੁਰੂ ਨਾਨਕ 22 ਵਾਰਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ, 22 ਵਾਰਾਂ। ਗੁਰੂ ਨਾਨਕ ਸਾਹਿਬ, ਗੁਰੂ ਅਮਰਦਾਸ ਤੇ ਗੁਰੂ ਰਾਮਦਾਸ ਮਹਾਰਾਜ ਦੀਆਂ ਵਾਰਾਂ ਨੇ। ਇਹ ਜਿਹੜੀਆਂ ਵਾਰਾਂ ਨੇ, ਜਿਵੇਂ ਉਹ ਵਾਰਾਂ ਗਾ ਕੇ ਜੋਸ਼ ਭਰ ਕੇ ਬੁਝ ਦਿਲੀ ਅੰਦਰੋਂ ਮਕਾਉਂਦੀਆਂ ਹਨ, ਢਾਡੀ ਜਦੋਂ ਗਾਉਂਦੇ ਨੇ, ਇਹ ਵਾਰਾਂ ਜਿਹੜੀਆਂ ਨੇ ਗਾ ਕੇ ਇਸ ਵਾਰਾਂ ਨੂੰ ਆਪਣੇ ਅੰਦਰ ਨਿਗਲ ਜਾ ਕੇ, ਜਿਵੇਂ ਮਨੁੱਖ ਬਲਵਾਨ ਹੁੰਦਾ ਹੈ, ਉਹ ਵਾਰਾਂ ਸੁਣ ਕੇ, ਇਹਨਾਂ ਵਾਰਾਂ ਨੂੰ ਸੁਣ ਕੇ ਮਨੁੱਖ, ਜੋ ਅਸੀਂ ਕਹਿੰਦੇ ਆ ਨਾ, ਧਨ ਜੀਓ ਤੇ ਕੋ ਜਗ ਮੈਂ, ਮੁਖ ਤੇ ਹਰ ਚਿੱਤ ਮੈਂ ਜੁੱਧ ਵਿਚਾਰ। ਹੁਣ 3 ਪ੍ਰਕਾਰ ਦੀਆਂ ਜੰਗਾਂ ਨੇ। ਸ਼ਬਦ ਜੰਗ ਇਸ ਦੇ ਰੂਪ ਨੇ, ਸ਼ਬਦ ਜੰਗ ਇਸ ਦੇ ਰੂਪ ਪ੍ਰਤੀਰੂਪ 3 ਨੇ। ਕਿਵੇਂ ਨੇ ਉਹ ਵੀ ਮੈਂ ਦੱਸਣਾ। ਪਹਿਲਾ ਜੰਗ ਕਿਹੜਾ ਹੈ? ਸੰਸਾਰਕ ਜੰਗ, ਫਿਰ ਵਿਹਾਰਕ ਤੇ ਆਤਮਕ ਜੰਗ। ਮੈਂ ਪਿੱਛੇ ਵੀ ਵਿਚਾਰ ਇਸ ਦੀ ਕਰਦਾ ਆ ਰਿਹਾ ਹਾਂ। ਸੰਸਾਰਕ, ਵਿਹਾਰਕ ਤੇ ਆਤਮਕ, 3। ਹੁਣ ਇਸ ਸੰਸਾਰਕ ਤੇ ਵਿਹਾਰਕ ਤੇ ਆਤਮਕ ਜੰਗ, ਆਤਮਾ ਦੇ ਨਾਲ, ਮਨ ਨਾਲ ਕਿਵੇਂ ਜੰਗ ਲੜਨੀ ਹੈ, ਇਹ ਗੁਰੂ ਕੀ ਬਾਣੀ ਦੇ ਰਾਹੀਂ। ਰਣ ਤੱਤੇ ਦੇ ਵਿੱਚ ਕਿਵੇਂ ਜੰਗ ਲੜਨੀ ਹੈ, ਉਹ ਸ਼ਸਤਰਾਂ ਦੇ ਨਾਲ। ਤੇ ਵਿਹਾਰਕ ਜੰਗ ਜਿਹੜੀ ਹੈ ਉਹ ਸ਼ਾਸਤਰਾਂ ਦੇ ਨਾਲ। ਹੁਣ ਮੇਰੇ ਸਾਹਿਬ ਜੀ, ਮੈਂ ਬਹੁਤਾ ਇਸ ਪਾਸੇ ਨਹੀਂ ਅਜੇ, ਇਹ ਮੈਂ ਜਿਹੜੀ ਮੈਂ ਗੱਲ ਰੱਖੀ ਹੈ, ਇਸ ਨੂੰ ਆਰੰਭ ਕੀਤਾ ਹੈ, ਉਹਨੂੰ ਮੈਂ ਕਲੀਅਰ ਕਰਾਂ। ਸ਼ਲੋਕ ਵਾਰਾਂ ਤੇ ਵਧੀਕ। ਵਾਰ ਆਸਾ ਜੀ ਕੀ ਵਾਰ ਵੀ ਆਪਾਂ ਸਵੇਰੇ ਸੁਣੀ, ਅਸੀਂ ਸਾਰੇ ਸੁਣਦੇ ਹਾਂ। ਵਾਰ ਜਿਹੜੀਆਂ ਵਾਰਾਂ ਸਨ, ਪਹਿਲਾਂ ਪੌੜੀਆਂ ਦਾ ਸੰਗ੍ਰਹਿ ਸੀ, ਪੌੜੀਆਂ ਸਨ, ਪੌੜੀਆਂ ਦਾ ਸੰਗ੍ਰਹਿ ਵਾਰਾਂ।
ਪਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਦੋਂ ਇਸ ਬਾਣੀ ਨੂੰ ਤਰਤੀਬ ਦਿੱਤੀ ਤੇ ਇਸ ਬਾਣੀ ਦੇ ਨਾਲ ਗੁਰੂ ਨਾਨਕ ਸਾਹਿਬ ਮਹਾਰਾਜ, ਗੁਰੂ ਅਮਰਦਾਸ, ਗੁਰੂ ਰਾਮਦਾਸ ਜੀ ਦੀਆਂ ਜਿਹੜੀਆਂ 22 ਵਾਰਾਂ ਨੇ, ਗੁਰੂ ਅਰਜਨ ਸਾਹਿਬ ਮਹਾਰਾਜ ਨੇ ਜਿਹੜੇ ਪੌੜੀ ਦੇ ਪ੍ਰਭਾਵਾਂ ਨੂੰ ਜੋ ਵਿਆਖਿਆ ਦੇ ਵਿੱਚ ਲਿਆ ਕੇ ਸਮਝਾ ਸਕਣ, ਉਹ ਸ਼ਲੋਕ ਗੁਰੂ ਸਾਹਿਬ ਜੀ ਨੇ ਨਾਲ ਦਰਜ ਕਰ ਦਿੱਤੇ। ਪੌੜੀ ਦੇ ਨਾਲ, ਵਾਰਾਂ ਦੇ ਨਾਲ, ਪੌੜੀਆਂ ਜਿਹੜੀਆਂ ਸਨ ਉਹਨਾਂ ਨਾਲ ਸ਼ਲੋਕ ਦਰਜ ਕਰ ਦਿੱਤੇ। ਥੋੜਾ ਜਿਹਾ ਧਿਆਨ ਦੇਣਾ ਪੈਣਾ, ਇਹ ਥੋੜਾ ਜਿਹਾ ਬਰੀਕੀ ਜੀ ਦਾ ਵਿਸ਼ਾ ਹੈ। ਜਦੋਂ ਆਪਾਂ ਵਾਰ ਪੜ੍ਹਦੇ ਹਾਂ, ਆਸਾ ਜੀ ਕੀ ਵਾਰ ਆਰੰਭ ਹੁੰਦੀ ਹੈ ਗੁਰੂ ਰਾਮਦਾਸ ਮਹਾਰਾਜ ਦੇ ਸ਼ਬਦ ਤੋਂ। ਹਰ ਅੰਮ੍ਰਿਤ ਭਿੰਨੇ ਲੋਇਣਾ, ਮਨ ਪ੍ਰੇਮ ਰਤਨਾ, ਰਾਮ ਰਾਜੇ ਮਨ ਰਾਮ ਕਸਵੱਟੀ, ਲਾਇਆ ਕੰਚਨ ਸੋਵਿਨਾ, ਗੁਰਮੁਖ ਰੰਗ ਚ ਲੋਲਿਆ, ਮੇਰਾ ਮਨ ਤਨੋ ਭਿੰਨਾ, ਜਨ ਨਾਨਕ ਐਸਾ ਮੁਸਕ ਝਗੋਲਿਆ, ਸਭ ਜਨਮ ਧਨ ਧਨਾ। ਫਿਰ ਆਉਂਦਾ ਹੈ ਅਮੰਗਲਾ ਚਰਨ ਰੱਬ ਦਾ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਫਿਰ ਆ ਗਿਆ ਆਸਾ ਮਹੱਲਾ ਪਹਿਲਾ, ਵਾਰਾਂ ਨਾਲ ਸ਼ਲੋਕ। ਜਦੋਂ ਅਸੀਂ ਪੜ੍ਹਦੇ ਆਸਾ ਮਹੱਲਾ ਪਹਿਲਾ, ਵਾਰਾਂ ਨਾਲ ਸ਼ਲੋਕ, ਇਹ ਜਿਹੜੇ ਵਾਰਾਂ ਦੇ ਨਾਲ ਸ਼ਲੋਕ ਨੇ, ਜਿਵੇਂ ਆਪਾਂ ਪੜ੍ਹਿਆ ਬਲਿਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ, ਇਹ ਜਿਹੜੇ ਸ਼ਲੋਕ ਨੇ, ਇਹਦੇ 4 ਸ਼ਲੋਕ ਗੁਰੂ ਸਾਹਿਬ ਜੀ ਨੇ, ਗੁਰੂ ਅਰਜਨ ਸਾਹਿਬ ਮਹਾਰਾਜ ਨੇ ਦਰਜ ਕਰ ਦਿੱਤੇ। ਇੱਕ ਗੁਰੂ ਅੰਗਦ ਦੇਵ ਮਹਾਰਾਜ ਦਾ ਸ਼ਲੋਕ, 3 ਗੁਰੂ ਨਾਨਕ ਸਾਹਿਬ ਜੀ ਦੇ। ਜਿਹੜਾ ਗੁਰੂ ਅੰਗਦ ਦੇਵ ਮਹਾਰਾਜ ਦਾ ਸ਼ਲੋਕ ਹੈ ਆਪਾਂ ਪੜ੍ਹਦੇ ਹਾਂ, ਜਾਂ ਇਹ ਸ਼ਲੋਕਾਂ ਨੂੰ ਜਦੋਂ ਅਸੀਂ ਪੜ੍ਹਦੇ ਹਾਂ, ਇਹ 4 ਸ਼ਲੋਕ ਨੇ। ਜਿਵੇਂ ਪੜ੍ਹਦੇ ਹਾਂ, ਜੇ ਸੋ ਚੰਦਾ ਉਗਵੈ। ਹੁਣ ਇੱਥੇ ਜੇ 100 ਅਸੀਂ ਪੜ੍ਹ ਜਾਂਦੇ ਹਾਂ, ਪਰ ਜੇ ਇਸ ਤਰ੍ਹਾਂ ਇਹਨੂੰ ਪੜ੍ਹੀਏ, ਜੇ 100 ਤੋਂ ਭਾਵ ਹੈ ਆਪਾਂ ਇਕਾਈ ਲਾ ਲਈਏ, ਗਿਣਤੀ ਲਾ ਲਈਏ, 1 2 ਜਾਂ 100 ਆ ਗਿਆ, 100 ਜਿਹਨੂੰ ਕਹਿ ਦਿੱਤਾ। ਪਾਤਸ਼ਾਹ ਸਾਨੂੰ ਦੱਸਣਾ ਚਾਹੁੰਦੇ ਨੇ, ਜੇ 100 ਚੰਦਾ ਉਗਵੈ, ਸੂਰਜ ਚੜ੍ਹੇ ਹਜ਼ਾਰ, ਇਤੇ ਚੰਨ ਹੁੰਦਿਆਂ ਗੁਰਬਿਨ ਘੋਰ ਅੰਧਾਰ। ਮਹੱਲਾ ਪਹਿਲਾ। ਫਿਰ ਅੱਗੇ ਨਾਨਕ ਗੁਰੂ ਸਾਹਿਬ ਜੀ ਦਾ, ਨਾਨਕ ਗੁਰੂ ਨਾ ਚੇਤਨੀ, ਮਾਨੇ ਆਪਣੇ ਸੋ ਚੇਤ, ਛੁੱਟਾ ਤਿਲ ਬੂ ਆੜ ਜੋ ਸੰਜੈ, ਅੰਦਰ ਖੇਤ ਖੇਤੈ ਅੰਦਾ ਛੁੱਟਿਆ, ਕਹੋ ਨਾਨਕ ਸੋ ਨਾ, ਫਲੀਏ ਫਲੀਏ ਬਪੜੇ ਭੀਤਨ ਵੇਸਵਾ। ਫਿਰ ਅੱਗੇ ਆ ਗਿਆ ਪੌੜੀ, ਆਪੀ ਨੇ ਆਪ ਸਾਜੋ। ਪੌੜੀਆਂ ਜਿਹੜੀਆਂ ਨੇ, ਇਹ ਜਿਹੜੀਆਂ ਗੁਰੂ ਸਾਹਿਬ ਜੀ ਨੇ ਵਾਰਾਂ ਨਾਲ ਸ਼ਲੋਕ ਜੋੜ ਕੇ ਤੇ ਇਹ ਵਾਰ ਤਿਆਰ ਕੀਤੀ। ਜਿਹੜੇ ਸ਼ਲੋਕ ਨੇ ਉਹ ਵਾਰਾਂ ਨੂੰ, ਪੌੜੀਆਂ ਨੂੰ ਵਿਆਖਿਆ ਦੇ ਵਿੱਚ ਲਿਆਉਂਦੇ ਨੇ, ਵਿਖਿਆਨ ਕਰਦੇ ਨੇ, ਉਸ ਪੌੜੀ ਦੀ ਮਹੱਤਤਾ ਨੂੰ ਦਰਸਾਉਂਦੇ ਨੇ। ਹੁਣ ਜਿਹੜੇ ਸ਼ਲੋਕ ਵਧੇ 12 ਦੇ ਨਾਲ, ਜਿਹੜੇ ਗੁਰੂ ਸਾਹਿਬ ਜੀ ਨੇ ਉਹਨਾਂ ਦੇ ਭਾਵਾਂ ਨੂੰ ਦਰਸਾਉਣ ਵਾਸਤੇ ਲਾਏ, ਪਰ ਜਿਹੜੇ ਸ਼ਲੋਕ ਵੱਧ ਗਏ, ਫਿਰ ਸਾਹਿਬ ਸ੍ਰੀ ਗੁਰੂ ਨਾਨਕ ਰੂਪ ਜਿਹੜੀ ਬਾਣੀ ਹੈ, ਗੁਰੂ ਅਰਜਨ ਸਾਹਿਬ ਮਹਾਰਾਜ ਨੇ ਉਹਨਾਂ ਨੂੰ ਸਰਲੇਖ ਦਿੱਤਾ, ਸ਼ਲੋਕ ਵਾਰਾਂ ਤੇ ਵਧੀਕ। ਵਾਰਾਂ ਤੋਂ ਜਿਹੜੇ ਸ਼ਲੋਕ ਵੱਧ ਗਏ ਪੌੜੀਆਂ ਦੇ ਨਾਲ ਲਾਉਣ ਤੋਂ, ਤੇ ਜਿਹੜੇ ਵੱਧ ਗਏ ਇਹਨਾਂ ਨੂੰ ਕਿਹਾ ਵਾਰਾਂ ਤੇ ਵਧੀਕ, ਭਾਵ ਵਾਰਾਂ ਤੋਂ ਜਿਹੜੇ ਵੱਧ ਉੱਚਾ। ਹੁਣ ਆਓ ਇਸ ਸ਼ਬਦ ਦੇ ਵਿੱਚ ਨਾਲ ਜੁੜੀਏ ਵੀ ਇਹ ਸ਼ਬਦ ਜਿਹੜੇ ਵਾਰਾਂ ਤੇ ਵਧੀਕ ਭਾਈ ਸਾਹਿਬ ਨੇ ਸਾਨੂੰ ਗਾ ਕੇ ਸ਼ਬਦ ਸੁਣਾਇਆ ਹੈ, ਇਸ ਸ਼ਬਦ ਦੇ ਵਿੱਚ, ਇਸ ਸ਼ਲੋਕ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਮਿਲਾਪ ਦੀ ਗੱਲ ਕਰਦੇ ਨੇ। ਤੇ ਮਿਲਾਪ ਕਿਵੇਂ ਹੁੰਦਾ ਹੈ? ਪਹਿਲਾਂ ਹਉਮੈ ਨੂੰ ਛੱਡਣਾ ਪਏਗਾ। ਸ਼ਲੋਕ ਮਹੱਲਾ ਪਹਿਲਾ, ਉਹ ਤੰਗੀ ਪੈ ਉਹਰੇ ਗਹਿਰ ਗੰਭੀਰੀ। ਉਹ ਤੰਗੀ ਪੈ ਉਹਰੇ, ਊੜਾ ਮੂੰਹ ਖੁੱਲੇ ਵਾਲਾ ਊੜਾ ਹੈ। ਉਹ ਤੰਗੀ ਤੋਂ ਭਾਵ ਹੈ ਉੱਚੇ ਅੰਗਾਂ ਵਾਲੀ। ਇੱਥੇ ਇਸਤਰੀ ਦਾ ਉਦਾਹਰਣ ਦਿੱਤਾ ਹੈ। ਮੀਨਸ ਜੋਬਨ, ਜਿਹਨੂੰ ਅਸੀਂ ਕਹਿੰਦੇ ਆ ਜਵਾਨੀ। ਤੇ ਬਾਬਾ ਫਰੀਦ ਜੀ ਦੇ ਨਾਲ ਨਾਲ ਸ਼ਬਦ ਨੂੰ ਵੇਖਾਂਗੇ। ਮੇਰੇ ਪਾਤਸ਼ਾਹ ਕਹਿੰਦੇ ਨੇ, ਜੋਬਨ ਜਾਂਦੇ ਨਾ ਡਰਾਂ, ਜੇ ਸਹਿ ਪ੍ਰੀਤ ਨਾ ਜਾਏ। ਜੋਬਨ ਜਾਂਦੇ ਨਾ ਡਰਾਂ, ਜੇ ਸਹੁ ਪ੍ਰੀਤ ਨਾ ਜਾਏ। ਫਰੀਦਾ, ਬਾਬਾ ਭਗਤ ਜੀ ਕਹਿੰਦੇ ਨੇ, ਫਰੀਦਾ, ਇਹ ਬਾਬਾ ਜੀ ਕਹਿ ਰਹੇ ਨੇ, ਇਹ ਮੈਂ ਜਿਹੜੇ ਜੋਬਨ ਭਾਵੇਂ ਚਲੇ ਜਾਏ, ਪਰ ਮੇਰੀ ਮਾਲਕ ਦੇ ਨਾਲੋਂ ਪ੍ਰੀਤ ਨਾ ਟੁੱਟੇ। ਕਿਤੀ ਜੋਬਨ ਪ੍ਰੀਤ ਬਿਨ, ਸੁੱਕ ਗਏ ਕਮਲਾਏ। ਕਿੰਨੇ ਹੀ ਜੋਬਨ ਜਿਹੜੇ ਨੇ, ਜਵਾਨੀਆਂ ਸੁੱਕ ਗਈਆਂ ਨੇ, ਕੁਮਲਾ ਗਈਆਂ ਨੇ।
ਹੁਣ ਜਦੋਂ ਮਨੁੱਖ ਦੇ ਵਿੱਚ ਜੋਬਨ ਹੈ, ਜਦੋਂ ਜੋਬਨ ਹੁੰਦਾ ਹੈ ਉਦੋਂ ਜ਼ਰੂਰ ਹਉਮੈ ਆਉਂਦੀ ਹੈ, ਤੇ ਜਦੋਂ ਜੋਬਨ ਚਲੇ ਜਾਂਦਾ ਹੈ ਹਉਮੈ ਵੀ ਖਤਮ ਹੋ ਜਾਂਦੀ ਹੈ। ਆਮ ਬਜ਼ੁਰਗ ਵੇਖੋ ਕਿ ਆਪਾਂ ਨੂੰ ਸੁਣਨ ਵਿੱਚ ਮਿਲਦਾ ਹੈ ਵੀ ਬੁਢੇਪਾ ਬੜਾ ਔਖਾ ਨਿਭਾਉਣਾ, ਕਿਉਂਕਿ ਉਦੋਂ ਮਨੋਬਲ, ਜੇ ਸਾਡਾ ਸਰੀਰ ਘੱਟ ਸਾਥ ਦਿੰਦਾ ਹੈ ਤੇ ਸਾਡਾ ਮਨੋਬਲ ਵੀ ਡਾਊਨ ਹੋ ਜਾਂਦਾ ਹੈ। ਜੇ ਸਰੀਰ ਸਾਥ ਦੇ ਰਿਹਾ ਹੈ ਤੇ ਮਨੋਬਲ ਵੀ ਜਿਹੜਾ ਹੈ ਉਹ ਹੰਕਾਰ ਦੇ ਵਿੱਚ ਤਬਦੀਲ ਹੋ ਜਾਂਦਾ ਹੈ। ਹੁਣ ਭਗਤ ਜੀ ਸਾਨੂੰ ਇਹ ਦੱਸਦੇ ਹਨ, ਜੇ ਅਸੀਂ ਇਸ ਸ਼ਬਦ ਨੂੰ ਹੋਰ ਤਰੀਕੇ ਨਾਲ ਖੋਲੀਏ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਸ਼ਬਦ ਦਾ ਸਾਨੂੰ ਆਸਰਾ ਲੈਣਾ ਪੈਣਾ। ਇੱਥੇ ਕਿਹਾ ਉਤੰਗੀ ਪੈ ਓਹਰੀ, ਪੈ ਤੋਂ ਭਾਵ ਹੈ ਝੁਕਿਆ ਨਹੀਂ ਜਾਂਦਾ, ਲਿਖਿਆ ਨਹੀਂ ਜਾਂਦਾ, ਕਿਉਂਕਿ ਮੈਨੂੰ ਜਵਾਨੀ ਦਾ ਮਸਤਾਵਾ, ਇੰਨਾ ਮਸਤੇਵਾ ਚੜਿਆ ਹੈ, ਬਹੁਤ ਹੀ ਮਸਤੇਵਾ ਚੜਿਆ ਹੈ, ਝੁਕ ਨਹੀਂ ਹੁੰਦਾ। ਸੱਸੁੜ ਸੁਈਆ ਕਿਵ ਕਰੀ, ਪਹਿਲਾਂ ਜਿਹੜਾ ਸਾਡੇ ਪੁਰਾਤਨ ਇੱਕ ਰਿਵਾਜ ਸੀ, ਜਿਹੜੀਆਂ ਨੌਵਾਂ ਧੀਆਂ ਆਉਂਦੀਆਂ ਸਨ ਉਹ ਆਪਣੀ ਸੱਸ ਦੇ ਪੈਰਾਂ ਦੇ ਉੱਤੇ ਮੱਥਾ ਟੇਕਦੀਆਂ, ਨਮਸਕਾਰ ਕਰਦੀਆਂ ਸਨ, ਜਾਂ ਚੁੰਨੀ ਲਾ ਕੇ ਮੱਥੇ ਨੂੰ ਲਾ ਲੈਣੀ, ਭਾਵ ਨਮਸਕਾਰ ਕਰਨੀ। ਹੁਣ ਉਹ ਜਗਿਆਸੂ ਜੀਵ ਇਸਤਰੀ ਵੱਲ ਆਪਾਂ ਆਉਣਾ। ਇੱਕ ਇਸਤਰੀ ਕਹਿੰਦੀ ਹੈ ਮੇਰੇ ਤੋਂ ਹੁਣ ਝੁਕਿਆ ਨਹੀਂ ਜਾਂਦਾ, ਮੇਰਾ ਜਿਹੜਾ ਜੋਬਨ ਹੈ ਇਹ ਮੈਨੂੰ ਲਿਫਣ ਨਹੀਂ ਦਿੰਦਾ। ਮਨੁੱਖ ਦੇ ਜਿਹੜੇ ਅੰਦਰ ਜੋਬਨ ਹੈ ਮਨੁੱਖ ਨੂੰ ਲਿਫਣ ਨਹੀਂ ਦਿੰਦਾ, ਤੇ ਜਿਹੜਾ ਮਨੁੱਖ ਨੂੰ ਜੋਬਨ ਲਿਫਣ ਨਹੀਂ ਨਾ ਦਿੰਦਾ ਇਹ ਹਉਮੈ ਵੱਲ ਲੈ ਕੇ ਜਾਂਦਾ। ਤੇ ਮੈਂ ਹੁਣੇ ਗੱਲ ਕਹੀ ਸੀ, ਜਿਹੜੀ ਚੀਜ਼ ਲਿਫਦੀ ਨਹੀਂ ਹੈ ਉਹ ਟੁੱਟ ਜਾਂਦੀ ਹੈ। ਜੇ ਮਨੁੱਖ ਤੈਨੂੰ ਲਿਫਣਾ ਨਹੀਂ ਆਇਆ, ਲਿਫਣਾ ਇੱਕ ਹੋਰ ਤਰੀਕੇ ਦਾ ਵੀ ਲਿਫਣਾ ਹੁੰਦਾ ਹੈ। ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਅਪਰਾਧੀ ਦੂਣਾ ਨੇਵੈ, ਜੋ ਹੰਤਾ ਮਿਰਗਾਏ, ਸੀਸ ਨਵਾਏ ਕਿਆ ਥੀਐ, ਜਾਂ ਹਿਰਦੈ ਕਸੁੱਦੇ ਜਾਏ। ਉਹ ਲਿਫਣ ਦੀ ਗੱਲ ਨਹੀਂ ਹੈ, ਇੱਥੇ ਲਿਫਣ ਤੋਂ ਹੋਰ ਥੋੜਾ ਜਿਹਾ ਬਰੀਕੀ 'ਚ ਜਾਣਾ ਪਏਗਾ। ਜਿਹੜਾ ਅਪਰਾਧੀ ਹੈ ਉਹ ਵੀ ਲਿਖਦਾ ਹੈ। ਜਦੋਂ ਕਿਸੇ ਨੇ ਸ਼ਿਕਾਰ ਨੂੰ ਮਾਰਨਾ ਹੋਵੇ ਤੇ ਜਿਹੜਾ ਮਨੁੱਖ ਹੈ ਪ੍ਰਹਾਰ ਕਰਨਾ ਹੋਵੇ, ਵਾਰ ਕਰਨਾ ਹੋਵੇ, ਤੇ ਉਹ ਲੰਮੇ ਪੈ ਕੇ ਮਾਰ ਕਰਦਾ। ਜੇ ਸੈਨਿਕ ਕਿਸੇ ਨੂੰ ਮਾਰਨਾ ਹੋਵੇ ਤੇ ਅਸੀਂ ਪਿੰਡਾਂ ਨਗਰਾਂ ਵਿੱਚ ਵੇਖਿਆ ਵੱਟ ਦਾ ਓਲਾ ਲੈ ਲੈਣਾ ਜਾਂ ਕਿਸੇ ਪਸ਼ੂ ਦਾ ਓਲਾ ਲੈ ਕੇ ਤੇ ਵਾਰ ਕਰਨਾ। ਜੇ ਸੈਨਿਕ ਮਾਰਦਾ ਹੈ ਤੇ ਉਹ ਬੰਕਰਾਂ ਵਿੱਚ ਬੈਠ ਕੇ ਉਹਨਾਂ ਬੰਕਰਾਂ ਦਾ ਓਲਾ ਲੈ ਕੇ, ਬੋਰੀਆਂ ਰੱਖ ਕੇ ਬੰਕਰ ਬਣਾ ਕੇ ਤੇ ਫਿਰ ਉਹਨਾਂ ਦਾ ਓਲਾ ਲੈ ਕੇ ਲੰਮੇ ਪੈ ਕੇ ਉਹ ਵਾਰ ਕਰਦਾ। ਜੇ ਲੰਮੇ ਪੈਣ ਦੀ ਗੱਲ ਹੋਈਏ ਵੇਖੀਏ ਤੇ ਜਿਹੜਾ ਆਪਣੇ ਮਸਲ ਬਣਾਉਣ ਵਾਸਤੇ ਪਹਿਲਵਾਨ ਹੈ ਉਹ ਵੀ ਡੰਡ ਮਾਰਦਾ, ਉਹ ਵੀ ਲੰਮੇ ਪੈਂਦਾ ਹੈ। ਹੁਣ ਕਹਿਣ ਤੋਂ ਭਾਵ ਹੈ ਅਸੀਂ ਜੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਦੇ ਹਾਂ, ਕਈ ਲੰਮੇ ਪੈ ਕੇ ਡੰਡੌਤ ਕਰਦੇ ਨੇ, ਪਰ ਸਰੀਰ ਕਰਕੇ ਅਸੀਂ ਲੰਮੇ ਪੈ ਗਏ, ਸਰੀਰ ਕਰਕੇ ਝੁਕ ਗਏ। ਇੱਥੇ ਨਿਰਾ ਸਰੀਰ ਕਰਕੇ ਝੁਕਣ ਦੀ ਗੱਲ ਨਹੀਂ ਹੈ, ਇੱਥੇ ਮਨ ਕਰਕੇ ਝੁਕਣ ਦੀ ਗੱਲ ਹੈ। ਜੇ ਮਨੁੱਖ ਤੇਰਾ ਤਨ ਝੁਕ ਗਿਆ, ਗੁਰੂ ਅੱਗੇ ਲਿਫ ਗਿਆ, ਤੇ ਤੇਰਾ ਮਨ ਵੀ ਲਿਫਣਾ ਚਾਹੀਦਾ। ਤੇਰੇ ਅੰਦਰ ਜਿਹੜਾ ਹਉਮੈ ਦਾ ਕੰਡਾ ਹੈ, ਹੰਕਾਰ ਹੈ, ਉਹ ਵੀ ਦੂਰ ਹੋਣਾ ਚਾਹੀਦਾ ਹੈ। ਤੇ ਉਹ ਦੂਰ ਕਿਵੇਂ ਹੋਵੇਗਾ? ਉਹ ਦੂਰ ਐਵੇਂ ਹੋਵੇਗਾ, ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਪੁੱਤਰੀ ਤੇਰੀ ਬਿਦ ਕਰ ਥਾਟੀ। ਪੁੱਤਰੀ ਧੀ ਇੱਕ ਨਹੀਂ, ਪੁੱਤਰੀ ਅੱਧਕ ਲਾ ਕੇ ਬੋਲਾਂਗੇ ਤੇ ਪੁੱਤਰੀ ਹੋ ਜਾਏਗਾ। ਇੱਥੇ ਪੁੱਤਰੀ, ਪੁੱਤਰੀ ਤੋਂ ਭਾਵ ਹੈ ਪੁਤਲਾ। ਇਹ ਮਨੁੱਖ ਤੇਰਾ ਜਿਹੜਾ ਸਰੀਰ ਦਾ ਪੁਤਲਾ ਹੈ ਨਾ, ਜੇ ਹੁਣ ਸਾਨੂੰ ਇਹ ਗੱਲ ਸਮਝ ਆਵੇ ਤਾਂ ਹੀ ਅਸੀਂ ਮਨ ਕਰਕੇ ਝੁਕ ਸਕਾਂਗੇ। ਅਸੀਂ ਤੇ ਇਸ ਸਰੀਰ ਦੇ ਪੁਤਲੇ ਦੇ ਨਾਲ ਹੀ ਹੰਕਾਰ ਵਿੱਚ ਭਰੇ ਹੋਏ ਆ। ਇਸ ਸਰੀਰ ਰੂਪੀ ਪੁਤਲੇ ਨੂੰ ਵੇਖ ਵੇਖ ਕੇ ਅਸੀਂ ਜਿਉਂਦੇ ਰਹਿੰਦੇ ਆ। ਇਸ ਸਰੀਰ ਰੂਪੀ ਪੁਤਲੇ ਨੂੰ ਹੀ ਅਸੀਂ ਦਿਨੇ ਰਾਤ ਸਵਾਰਦੇ ਰਹਿੰਦੇ ਆ। ਮੇਰੇ ਪਾਤਸ਼ਾਹ ਜੀ ਇਸ ਸ਼ਬਦ ਨੂੰ ਖੋਲ ਰਹੇ ਨੇ, ਇਹ ਸ਼ਬਦ ਦੁਆਰਾ ਕਿਆ ਪੁੱਤਰੀ ਤੇਰੀ ਬਿਦ ਕਰ ਥਾਟੀ। ਥਾਟੀ ਮੀਨਸ ਬਣਾਉਣਾ। ਬੜੀ ਸੋਹਣਾ ਤੇਰਾ ਇਹ ਪੁਤਲਾ ਬਣਾਇਆ ਬੰਦਿਆ, ਤੇਰਾ ਸਰੀਰ ਰੱਬ ਨੇ ਬੜਾ ਸੋਹਣਾ ਬਣਾਇਆ। ਪਰ ਗੱਲ ਇਹ ਸਮਝ, ਜੇ ਤੈਨੂੰ ਝੁਕਣਾ ਨਹੀਂ ਨਾ ਆਇਆ, ਤੇ ਜੇ ਜਿਨ੍ਹਾਂ ਨੇ ਝੁਕਣਾ ਸਿੱਖਣਾ ਹੈ ਨਾ, ਇਹ ਸ਼ਬਦ ਨੂੰ ਜ਼ਰੂਰ ਪੜ੍ਹ ਲਿਆ। ਕਿਆ ਜੇ ਪੁੱਤਰੀ ਤੇਰੀ ਬਿਦ ਕਰ ਥਾਟੀ, ਜਾਣ ਸਤ ਕਰ ਹੋਏਗੀ ਮਾਟੀ। ਸਤ ਤੋਂ ਭਾਵ ਹੈ ਪਰ ਇਸ ਸਰੀਰ ਨੂੰ ਤੂੰ ਇਸ ਨੂੰ ਜਾਣ। ਸਤ ਤੋਂ ਭਾਵ ਹੈ ਇਸ ਗੱਲ ਨੂੰ ਸੱਚ ਕਰਕੇ ਜਾਣ
ਵੀ ਇਹ ਸਰੀਰ ਨੇ ਇੱਕ ਦਿਨ ਮਿੱਟੀ ਹੋ ਜਾਣਾ ਹੈ। ਹੁਣ ਜੇ ਸਾਨੂੰ ਇਹ ਪਤਾ ਲੱਗ ਜਾਏ ਵੀ ਇਸ ਸਰੀਰ ਨੇ ਇੱਕ ਦਿਨ ਮਿੱਟੀ ਹੋ ਜਾਣਾ ਹੈ, ਤੇ ਬਣਿਆ ਹੀ ਮਿੱਟੀ ਤੋਂ ਹੈ, ਤੇ ਇਹਨੇ ਮਿੱਟੀ ਵਿੱਚ ਸਮਾ ਜਾਣਾ ਹੈ, ਕਿਉਂਕਿ ਸਾਡਾ ਸਰੀਰ ਕਿੱਥੋਂ ਬਣਿਆ? ਮਿੱਟੀ ਤੋਂ ਬਣਿਆ। ਮਨੁੱਖ ਜਦੋਂ ਬਜ਼ੁਰਗ ਹੈ, ਬਜ਼ੁਰਗ ਹੋਣ ਤੋਂ ਪਹਿਲਾਂ ਕੀ ਹੈ? ਜਵਾਨ ਹੈ, ਜੋਬਨ ਹੈ। ਤੇ ਜੋਬਨ ਹੋਣ ਤੋਂ ਪਹਿਲਾਂ ਕੀ ਹੈ? 15 ਕੁ ਸਾਲਾਂ ਦੀ, ਜਿਹਨੂੰ ਅਸੀਂ ਆਯੂ ਕਹਿੰਦੇ ਆ, ਕਿਸ਼ੋਰ ਅਵਸਥਾ ਕਹਿ ਲੋ। ਕਿਸ਼ੋਰ ਅਵਸਥਾ ਤੋਂ ਪਹਿਲਾਂ ਕੀ ਹੈ? ਮਨੁੱਖ ਇੱਕ ਨਿੱਕਾ ਜਿਹਾ ਬੱਚਾ ਰਿੜਨ ਵਾਲਾ। ਉਸ ਤੋਂ ਪਹਿਲਾਂ ਕੀ ਹੈ? ਮਾਂ ਦੀ ਕੁੱਖ ਵਿੱਚ ਇੱਕ ਮਾਸ ਦਾ ਲੋਥੜਾ। ਤੇ ਉਸ ਤੋਂ ਪਹਿਲਾਂ ਕੀ ਹੈ? ਮਾਂ ਦੀ ਰੱਤ ਤੇ ਪਿਤਾ ਦਾ ਬਿੰਦ। ਤੇ ਜਿਹੜੀ ਰੱਤ ਹੈ, ਰੱਤ ਤੋਂ ਪਹਿਲਾਂ ਕੀ ਸੀ? ਖੁਰਾਕ। ਖੁਰਾਕ ਤੋਂ ਹੀ ਰੱਤ ਬਣਦੀ ਹੈ ਨਾ। ਰੱਤ ਤੋਂ ਪਹਿਲਾਂ ਖੁਰਾਕ ਸੀ, ਤੇ ਖੁਰਾਕ ਤੋਂ ਪਹਿਲਾਂ ਕੀ ਸੀ? ਮਿੱਟੀ। ਮਿੱਟੀ ਦੇ ਵਿੱਚੋਂ ਹੀ ਖੁਰਾਕ ਨਿਕਲਦੀ ਹੈ। ਹਰ ਪਦਾਰਥ ਜਿਹੜਾ ਹੈ, ਅਸੀਂ ਅਨਾਜ, ਰਾਸ਼ਨ ਖਾਂਦੇ ਆ, ਫਰੂਟ ਖਾਈਏ, ਡਰਾਈ ਫਰੂਟ ਖਾਈਏ, ਜਿੰਨੇ ਵੀ ਪਦਾਰਥ ਮਿਲਦੇ ਨੇ ਸਾਨੂੰ ਮਿੱਟੀ ਤੋਂ ਹੀ ਮਿਲਦੇ ਨੇ। ਤੇ ਸਰੀਰ ਫਿਰ ਕਾਹਦਾ ਹੋ ਗਿਆ? ਸਰੀਰ ਫਿਰ ਮਿੱਟੀ ਦਾ ਹੀ ਹੋ ਗਿਆ ਨਾ। ਤੇ ਜੇ ਗੁਰੂ ਸਾਹਿਬ ਜੀ ਦੇ ਇਸ ਬਾਣੀ ਦੇ ਆਧਾਰ ਤੇ ਸਾਨੂੰ ਇਹ ਪਤਾ ਲੱਗ ਜਾਏ, ਬੰਦਿਆ ਤੇਰਾ ਤੇ ਸਰੀਰ ਮਿੱਟੀ ਦਾ ਹੈ, ਤੇ ਇਹਨੇ ਇੱਕ ਦਿਨ ਮਿੱਟੀ ਹੋ ਜਾਣਾ ਹੈ, ਤੇ ਫਿਰ ਹਉਮੈ ਕਾਹਦੀ? ਹੰਕਾਰ ਕਾਹਦਾ? ਧਿਆਨ ਦਿਆ ਜੇ, ਮੇਰੇ ਸਾਹਿਬ ਜੀ ਕਹਿੰਦੇ ਨੇ, ਜਾਣ ਸਤ ਕਰ। ਬੰਦਿਆ ਇਸ ਗੱਲ ਨੂੰ ਸੱਚ ਕਰਕੇ ਜਾਣ, ਇਹ ਸਰੀਰ ਮਿੱਟੀ ਤੋਂ ਬਣਿਆ ਤੇ ਇਹਨੇ ਮਿੱਟੀ ਹੋ ਜਾਣਾ। ਜੈਸੇ ਜਲ ਤੇ, ਇਸ ਸ਼ਬਦ ਨੂੰ ਖੋਲਣ ਵਾਸਤੇ ਸਾਨੂੰ ਹੋਰ ਲੈਣੀਆਂ ਪੈਣੀਆਂ ਨੇ ਬਾਣੀ ਦੀਆਂ ਤੁਕਾਂ। ਜੈਸੇ ਜਲ ਤੇ ਬੁੱਧ ਬੋਧਾ ਉਪਜੈ, ਫਿਰ ਕਿਆ ਬਿਨਸੈ। ਪਾਣੀ ਦੇ ਬੁਲਬਲੇ ਬਣਦੇ ਨੇ, ਮੀਂਹ ਪਵੇ ਤੇ ਪਾਣੀ ਦੇ ਬੁਲਬਲੇ ਬਣਨ ਲੱਗਿਆ ਵੀ ਬਹੁਤੀ ਦੇਰ ਨਹੀਂ ਲੱਗਦੀ, ਤੇ ਟੁੱਟਣ ਲੱਗਿਆ ਵੀ ਦੇਰ ਨਹੀਂ ਲੱਗਦੀ। ਹੁਣ ਗੁਰੂ ਸਾਹਿਬ ਜੀ ਸਾਨੂੰ ਸਮਝਾ ਰਹੇ ਨੇ, ਇੱਕ ਸਰੀਰ ਜਿਹੜਾ ਹੈ ਪਾਣੀ ਤੋਂ ਬਣਿਆ ਹੈ। ਜਲ, ਵਾਯੂ, ਧਰਤੀ, ਅਗਨੀ ਤੇ ਆਕਾਸ਼। ਜਲ, ਪਾਣੀ ਜੇ ਸਾਡੇ ਅੰਦਰ ਘਟ ਜਾਵੇ ਤਾਂ ਵੀ, ਕਈ ਵਾਰੀ ਡਾਕਟਰ ਕਹਿੰਦੇ ਨੇ ਨਾ, ਪਾਣੀ ਘਟ ਗਿਆ ਤੇ ਗਲੂਕੋਜ਼ ਦੀਆਂ ਬੋਤਲਾਂ ਲਾ ਦਿਓ। ਜੇ ਅੱਗ ਘਟ ਗਈ ਤੇ ਸਾਡੀ ਜਿਹੜੀ ਪਲਸ ਰੁਕ ਜਾਂਦੀ ਹੈ। ਜਲ, ਹਵਾ, ਜਿਹਨੂੰ ਅਸੀਂ ਜਿਹਦੇ ਨਾਲ ਅਸੀਂ ਸਵਾਸ ਲੈ ਰਹੇ ਹਾਂ। ਤੇ ਆਕਾਸ਼ ਤੋਂ ਭਾਵ ਹੈ ਜਿਹੜਾ ਸਾਡੇ ਅੰਦਰ ਸਪੇਸ ਹੈ। ਜਿਵੇਂ ਧਰਤੀ ਅਤੇ ਅਸਮਾਨ ਦੇ ਵਿੱਚ ਸਪੇਸ ਹੈ, ਇਸੇ ਤਰ੍ਹਾਂ ਹੀ ਸਾਡੇ ਇੱਕ ਕਾਇਆ ਦੇ ਅੰਦਰ ਰੱਬ ਨੇ ਸਪੇਸ ਬਣਾਇਆ ਹੈ, ਜਿਸ ਸਪੇਸ ਦੇ ਵਿੱਚ ਅਸੀਂ ਦਿਨੇ ਰਾਤ ਭਰੀ ਜਾਂਦੇ ਹਾਂ, ਦਿਨੇ ਰਾਤ ਪਾਈ ਜਾਂਦੇ ਹਾਂ, ਰਾਸ਼ਨ ਪਾਈ ਜਾਂਦੇ ਹਾਂ ਦਿਨੇ ਰਾਤ। ਇਹ ਭਰਦਾ ਹੀ ਨਹੀਂ ਹੈ। ਇਹ ਸਪੇਸ ਹੈ ਜਲ, ਵਾਯੂ, ਧਰਤੀ, ਅਗਨੀ ਤੇ ਆਕਾਸ਼। ਇਹ ਸਰੀਰ ਜਿਹੜਾ ਮੇਰੇ ਪਾਤਸ਼ਾਹ ਨੇ ਕਿਹਾ ਹੈ, ਇਹ ਬਣਿਆ ਹੈ ਪੰਜਾਂ ਤੱਤਾਂ ਤੋਂ। ਮਰਦਾ ਕੀ ਹੈ? ਮਰਦੀ ਬੰਦੇ ਦੀ ਜ਼ਮੀਰ ਹੈ। ਇਹ ਪੰਜਾਂ ਤੱਤਾਂ ਦੇ ਵਿੱਚ ਹਵਾ, ਹਵਾ ਵਿੱਚ ਚਲੇ ਜਾਂਦੀ ਹੈ, ਪਾਣੀ, ਪਾਣੀ ਵਿੱਚ ਚਲੇ ਜਾਂਦਾ ਹੈ, ਅੱਗ, ਅੱਗ ਵਿੱਚ ਚਲੇ ਜਾਂਦੀ ਹੈ। ਮਰਦਾ ਕੀ ਹੈ? ਬੰਦੇ ਦਾ ਜ਼ਮੀਰ ਮਰਦਾ ਹੈ, ਬੰਦਾ ਨਹੀਂ ਮਰਦਾ। ਇਹ ਤੇ ਪੰਜਾਂ ਤੱਤਾਂ ਤੋਂ ਬਣਿਆ, ਤੇ ਪੰਜਾਂ ਤੱਤਾਂ ਵਿੱਚ ਪੰਜ ਤੱਤ ਸਮਾ ਗਏ। ਬੰਦੇ ਦਾ ਜ਼ਮੀਰ ਮਰਦਾ ਹੈ, ਤੇ ਬੰਦੇ ਦਾ ਜ਼ਮੀਰ ਜਗਾਉਣ ਵਾਸਤੇ 1430 ਅੰਗ ਗੁਰੂ ਗ੍ਰੰਥ ਸਾਹਿਬ ਜੀ ਦੇ ਨੇ। ਬੰਦੇ ਨੂੰ ਗਫਲਤ ਦੀ ਨੀਂਦਰ ਦੇ ਵਿੱਚੋਂ ਉਠਾਉਣ ਵਾਸਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਗੁਰੂ ਅਰਜਨ ਸਾਹਿਬ ਮਹਾਰਾਜ ਨੇ ਸਾਨੂੰ ਗਿਆਨ ਦਾ ਸਾਗਰ, ਗਿਆਨ ਦਾ ਸਮੁੰਦਰ ਦਿੱਤਾ ਹੈ। ਅਗਿਆਨਤਾ ਦੇ ਹਨੇਰੇ ਵਿੱਚ ਨਾ ਟੱਕਰਾਂ ਮਾਰ, ਮੇਰੇ ਪਾਤਸ਼ਾਹ ਜੀ ਕਹਿੰਦੇ ਨੇ, ਕਿਉਂਕਿ ਇਧਰ ਹਉਮੈ ਬੋਲ ਰਹੀ ਹੈ। ਕਿਆ? ਸਸੁੜ ਸੋਈਆ ਕੇਵ ਕਰੀ। ਕਿਵੇਂ ਕਰਾਂ? ਮੇਰਾ ਤੇ ਜੋਬਨ ਮੈਨੂੰ ਲਿਪਣ ਨਹੀਂ ਦਿੰਦਾ, ਮੇਰਾ ਜੋਬਨ ਝੁਕਣ ਨਹੀਂ ਦਿੰਦਾ, ਨਿਵਣ ਨਾ ਜਾਏ ਥਣੀ। ਹੁਣ ਮੇਰੇ ਸਰੀਰ ਦੇ ਅੰਦਰ, ਮੇਰੇ ਬਾਡੀ ਦੇ, ਵੇਖੋ ਜਦੋਂ ਸਰੀਰ ਜੋਬਨ ਵਿੱਚ ਹੈ, ਉਹਦਾ ਸਰੀਰ, ਬਾਡੀ ਦੇ ਅੰਗ ਖਿੱਚੇ ਹੁੰਦੇ ਨੇ, ਪਰ ਜਦੋਂ ਬੜੇਪਾ ਆ ਜਾਏ ਨਾ, ਉਦੋਂ ਅੰਗ ਢਿੱਲੇ ਪੈ ਜਾਂਦੇ ਨੇ। ਨੈਨੋ ਨੀਰ ਬਹਿ ਤਨ ਖੀਨਾ। ਨੇਤਰਾਂ ਦੇ ਵਿੱਚੋਂ ਗੀੜ ਆਉਂਦਾ ਹੈ, ਪਾਣੀ ਆਉਣ ਲੱਗ ਪੈਂਦਾ। ਕੰਨ ਜਿਹੜੇ ਨੇ ਸੁਣਨੋਂ ਹਟ ਜਾਂਦੇ ਨੇ, ਖਾਂਦਿਆਂ ਖਾਂਦਿਆਂ ਮੂੰਹ ਇਕੱਠਾ। ਪਰ ਜਦੋਂ ਜੋਬਨ ਹੁੰਦਾ ਹੈ, ਅਸੀਂ ਉਦੋਂ ਦੰਦ ਵੀ ਵੇਖਨੇ ਆ ਵੀ ਕਿੰਨੇ ਸੋਹਣੇ ਦੰਦ ਨੇ, ਕਿੰਨੀਆਂ ਹਿਰਣੀ ਵਰਗੀਆਂ ਅੱਖਾਂ ਨੇ, ਤੇ ਪਤਲਾ ਨੱਕ ਹੈ। ਮਨੁੱਖ ਤੇ ਇੱਕ ਅੰਗ ਹੀ ਵੇਖਦਾ ਰਹਿੰਦਾ ਹੈ, ਹੋਰ ਹੈ ਕੀ ਹੈ?
ਹੈ ਮਿੱਟੀ ਦਾ ਪੁਤਲਾ, ਅੰਗ ਵੇਖਦਾ ਰਹਿੰਦਾ ਹੈ ਵੀ ਕਿੰਨਾ ਤਿੱਖਾ ਨੱਕ ਹੈ, ਕਿੰਨੀਆਂ ਸੁੰਦਰ ਅੱਖਾਂ ਨੇ, ਇਹਦਾ ਸਰੀਰ ਦੀ ਬਣਾਵਟ ਕਿਹੋ ਜਿਹੀ ਬਣਾਈ ਹੈ। ਪਰ ਧਿਆਨ ਦਿਆ ਜੇ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ, ਨੈਨੋ ਨੀਰ, ਨੇਤਰਾਂ ਦੇ ਵਿੱਚੋਂ ਨੀਰ ਵਗਣ ਲੱਗ ਪੈਂਦਾ ਜਦੋਂ ਮਨੁੱਖ ਬਜ਼ੁਰਗ ਹੋ ਜਾਂਦਾ। ਤਨ ਜਿਹੜਾ ਹੈ ਕਮਜ਼ੋਰ ਹੋ ਜਾਂਦਾ ਹੈ, ਹੱਡੀਆਂ ਵੱਖਰੀਆਂ ਤੇ ਮਾਸ ਵੱਖਰਾ ਲਟਕਣ ਲੱਗ ਪੈਂਦਾ। ਜਿਸ ਫੇਸ ਤੇ ਉਸਤੇ ਮਨੁੱਖ ਤੋਂ ਬੜਾ ਮਾਣ ਕਰਦਾ ਹੈ, ਉਹ ਫੇਸ ਦੀਆਂ ਝੁਰੜੀਆਂ ਪੈ ਜਾਂਦੀਆਂ ਨੇ, ਮਾਸ ਲਟਕਣ ਲੱਗ ਪੈਂਦਾ ਹੈ ਤੇ ਮੂੰਹ ਦੇ ਵਿੱਚੋਂ ਦੰਦ ਨਿਕਲ ਜਾਂਦੇ। ਘਸ ਗਿਆ ਸਰੀਰ, ਖਾਂਦਿਆਂ ਖਾਂਦਿਆਂ ਮੂੰਹ ਇਕੱਠਾ, ਪੈ ਨੰਦਿਆਂ ਸਭ ਅੰਗ। ਤੇ ਬ੍ਰਾਂਡਡ ਕੱਪੜੇ ਪਾਉਂਦਿਆਂ ਹੋਇਆਂ, ਚੰਗੇ ਕੱਪੜੇ ਹੰਡਾਉਂਦਿਆਂ ਹੋਇਆਂ, ਅੰਗ ਵੀ ਹੁਣ ਸਾਥ ਨਹੀਂ ਦਿੰਦੇ। ਹੁਣ ਤੇ ਕੱਪੜਾ ਵੀ ਨਹੀਂ ਪਾਇਆ ਜਾਂਦਾ, ਹੁਣ ਤੇ ਦੂਸਰੇ ਨੂੰ ਕਿਹਾ ਜਾਂਦਾ ਹੈ, ਪੁੱਤਰ ਪੋਤਰੇ ਨੂੰ, ਬਈ ਹੁਣ ਤੂੰ ਹੀ ਮੇਰੇ ਗਲ ਕਮੀਜ਼ ਪਾ, ਮੇਰੇ ਤੋਂ ਨਹੀਂ ਹੱਥ ਨਹੀਂ ਹਿਲਾਇਆ ਜਾਂਦਾ। ਕੀ ਮਾਣ ਕਰਦਾ ਹੈ ਸਰੀਰ ਦੇ ਉੱਤੇ। ਪਰ ਜਦੋਂ ਜੋਬਨ ਹੈ, ਉਦੋਂ ਜੋਬਨ ਦੇ ਹੁਲਾਰੇ ਇਹ ਕਹਿੰਦੇ ਨੇ, ਨਿਵਣ ਨਾ ਜਾਏ ਥਣੀ। ਮੇਰਾ ਸਰੀਰ ਇੰਨਾ ਅਕੜਿਆ ਹੈ, ਮੈਨੂੰ ਇਹ ਨਿਵਣ ਨਹੀਂ ਦਿੰਦਾ। ਅੱਗੇ ਕਿਆ, ਗੱਚ ਜੇ ਲੱਗਾ ਗਿੜਵੜੀ, ਸਖੀਏ ਧੌਲ ਹਰੀ। ਹੁਣ ਸਖੀ ਸਖੀ ਨੂੰ ਕਹਿੰਦੀ ਏ ਸਹੇਲੀਏ। ਇਹ ਜਗਿਆਸੂ ਜੀਵ, ਇੱਥੇ ਇਸਤਰੀ ਦਾ ਜ਼ਿਆਦਾ ਹੈ, ਪਰ ਇੱਥੇ ਮੇਲ ਫੀਮੇਲ ਦੋਵਾਂ ਵਾਸਤੇ ਹੈ। ਜਗਿਆਸੂ ਇਸਤਰੀ ਦੀ ਗੱਲ ਕੀਤੀ ਜਾ ਰਹੀ ਹੈ। ਸਖੀਏ ਧੌਲ ਹਰੀ, ਧੌਲ ਕਵਾਂਗੇ ਮਹਿਲ ਮਾੜੀਆਂ ਨੂੰ, ਅਟਾਰੀਆਂ ਨੂੰ। ਹੇ ਸਖੀਏ ਸੁਣ ਮੇਰੀ ਗੱਲ, ਗੱਚ ਜੇ ਲੱਗਾ, ਗੱਚ ਕਹਿੰਦੇ ਨੇ ਚੂਨੇ ਦਾ ਪਲਸਤਰ, ਜਿਹੜਾ ਮਹਿਲਾਂ ਨੂੰ ਲੱਗਾ ਹੈ। ਚੂਨੇ ਦਾ ਪਲਸਤਰ ਜਿਹੜਾ ਇਹਨਾਂ ਬੜਾ ਪੱਕਾ ਹੁੰਦਾ ਹੈ। ਆਪਾਂ ਸੀਮੈਂਟ ਦਾ ਪਲਸਤਰ ਕਰਨੇ ਆ ਨਾ, ਇੱਥੇ ਤੇ ਲੱਕੜ ਦੇ ਘਰ ਬਣੇ ਨੇ, ਪਰ ਭਾਰਤ ਵਿੱਚ ਸੀਮੈਂਟ ਦੇ ਪਲਸਤਰ ਦੇ ਘਰ ਬਣਾਏ ਜਾਂਦੇ ਨੇ, ਬੜੀਆਂ ਬੜੀਆਂ ਉੱਚੀਆਂ ਬਿਲਡਿੰਗਾਂ ਬਣਾਈਆਂ ਜਾਂਦੀਆਂ। ਚੂਨੇ ਦਾ ਪਲਸਤਰ ਜਿਹੜਾ ਲੱਗਾ ਹੈ, ਸਾਨੂੰ ਗੁਰੂ ਕੀ ਬਾਣੀ ਕਹਿੰਦੀ ਏ, ਸਖੀਏ ਹੇ ਸਹੇਲੀਏ, ਇਹ ਜਗਿਆਸੂ ਜੀਵ ਇਸਤਰੀਏ ਗਿੜਵੜੀ। ਪੱਕੇ ਪਹਾੜ ਵਰਗੇ, ਜਿਹੜੇ ਇਮਾਰਤਾਂ ਪੱਕੀਆਂ ਪਹਾੜ ਵਰਗੀਆਂ, ਕਿਹਾ ਨਾ ਵੀ ਇਹਦੇ ਵਿੱਚ ਕਿੱਲ ਵੀ ਨਹੀਂ ਠੁਕਦਾ, ਇੰਨਾ ਪੱਕਾ, ਇੰਨਾ ਮਸਾਲਾ ਲਾਇਆ ਹੈ, ਇੰਨੀ ਪੱਕੀ ਬਿਲਡਿੰਗ ਬਣਾਈ ਹੈ ਵੀ ਹੁਣ ਢਹਿਣ ਵਾਲੀ ਨਹੀਂ। ਤੇ ਮੇਰੇ ਸਾਹਿਬ ਜੀ ਕਹਿੰਦੇ ਨੇ, ਗੱਚ ਜੇ ਲੱਗਾ, ਗੱਚ ਤੋਂ ਭਾਵ ਹੈ ਜਿਹੜਾ ਚੂਨੇ ਦਾ ਪਲਸਤਰ ਹੋਇਆ। ਸਖੀਏ ਸਹੇਲੀਏ ਸੇ ਪੀ ਢੈਂਦੇ ਡਿੱਠ ਮੈਂ, ਸੇ ਪੀ ਭਾਵ ਉਹ ਵੀ ਜਿਹੜੀਆਂ ਅਟਾਰੀਆਂ ਸਨ, ਮਹਿਲ ਸਨ, ਮੈਂ ਢੈਂਦੇ ਹੋਏ ਦੇਖੇ ਨੇ। ਉਹ ਜਿਹੜੀਆਂ ਅਟਾਰੀਆਂ ਸਨ, ਮਹਿਲ ਸਨ, ਜਿਹੜੇ ਇੰਨੇ ਪੱਕੇ ਕਿਲੇ ਬਣਾਏ ਸਨ, ਉਹ ਵੀ ਡਿੱਗਦੇ ਵੇਖੇ ਨੇ, ਉਹ ਵੀ ਖੰਡਰ ਹੁੰਦੇ ਵੇਖੇ ਨੇ, ਉਹ ਵੀ ਢੈਂਦੇ ਵੇਖੇ ਨੇ। ਐ ਜਵਾਨ ਜੋਬਨ ਭਰੀਏ ਜਗਿਆਸੂ ਜੀਵ ਇਸਤਰੀਏ, ਤੂੰ ਕਾਹਦਾ ਮਾਣ ਕਰਦੀ ਐ? ਇਹ ਤੇ ਸੰਸਾਰ ਦੇ ਵਿੱਚ ਬੜੇ ਬੜੇ ਰਹਿਬਰ ਆਏ ਨੇ, ਬੜੇ ਬੜੇ ਪੈਗੰਬਰ ਆਏ ਨੇ, ਉਹ ਵੀ ਢਹਿ ਗਏ। ਸ਼ੇਖ ਹਜਾਤੀ ਜੱਗ, ਜੱਗ ਤੋਂ ਭਾਵ ਸੰਸਾਰ। ਇਹ ਜਿੰਨੀ ਵੀ ਅਸੀਂ ਬ੍ਰਹਿਮੰਡ ਵੇਖਦੇ ਹਾਂ, ਸੰਸਾਰ ਵੇਖਦੇ ਹਾਂ, ਸ਼ੇਖ ਹਯਾਤੀ ਕੋਈ ਪੱਕਾ ਨਹੀਂ ਰਿਹਾ। ਸ਼ੇਖ ਹਯਾਤੀ ਜੱਗ ਨਾ ਕੋਈ ਥਿਰ ਰਹਿਆ, ਜਿਸ ਆਸਣ ਹਮ ਬੈਸੇ। ਜਿਹੜੀ ਜਿਹੜੀ ਧਰਤੀ ਤੇ ਜਿੱਥੇ ਜਿੱਥੇ ਅਸੀਂ ਲੋਕ ਬੈਠੇ ਆ, ਸਾਡੇ ਇੱਥੋਂ ਆਉਣ ਤੋਂ ਪਹਿਲਾਂ ਖਰੇ ਕਿੰਨੇ ਕੁ ਲੋਕ ਬਹਿ ਕੇ ਚਲੇ ਗਏ। ਇਹਨਾਂ ਧਰਤੀਆਂ ਤੇ ਕਿੰਨੇ ਕੁ ਲੋਕ ਆਏ ਤੇ ਕਿੰਨੇ ਕੁ ਤੁਰ ਗਏ ਨੇ, ਰਾਜ ਕਰਕੇ ਚਲੇ ਗਏ, ਕਈ ਗਰੀਬੀ ਵਿੱਚ ਮਰ ਗਏ, ਆਏ ਨੇ ਤੁਰ ਗਏ ਨੇ। ਸ਼ੇਖ ਹਯਾਤੀ ਜੱਗ ਨਾ ਕੋਈ ਥਿਰ ਰਹਿਆ, ਜਿਸ ਆਸਣ ਹਮ ਬੈਸੇ ਕਿਤੇ ਬੈਸ ਗਿਆ। ਜਿੱਥੇ ਅਸੀਂ ਬੈਠੇ ਆ ਨਾ, ਇੱਥੇ ਕਈ ਬਹਿ ਕੇ ਚਲੇ ਗਏ, ਕਈਆਂ ਨੇ ਬਹਿ ਕੇ ਚਲੇ ਜਾਣਾ। ਇਹ ਤੇ ਸਰਾਂ ਹੈ, ਇਹ ਤੇ ਜਿਹੜਾ ਬਣਿਆ ਹੈ ਉਹਨੇ ਟੁੱਟਣਾ ਹੈ, ਜਿਹੜਾ ਆਇਆ ਉਹਨੇ ਇੱਕ ਦਿਨ ਜਾਣਾ ਹੈ, ਜਿਹੜਾ ਮਿਲਿਆ ਹੈ ਉਹਨੇ ਇੱਕ ਦਿਨ ਜ਼ਰੂਰ ਵਿਛੜਨਾ ਹੈ। ਬਸ ਆ ਸਾਡੇ ਅੰਦਰ ਗੁਰੂ ਕੀ ਬਾਣੀ ਚਾਨਣਾ ਦਿੰਦੀ ਹੈ, ਪ੍ਰਕਾਸ਼ ਦਿੰਦੀ ਹੈ। ਜਦੋਂ ਮਿਲਾਪ ਹੁੰਦਾ ਹੈ ਉਦੋਂ ਵਿਕਾਸ ਹੁੰਦਾ ਹੈ, ਜਦੋਂ ਵਿਛੋੜਾ ਪੈਂਦਾ ਹੈ ਉਦੋਂ ਦੁੱਖ ਹੁੰਦਾ ਹੈ। ਪਰ ਜਦੋਂ ਸੰਸਾਰ ਦੇ ਵਿੱਚ ਸਾਡਾ ਆਪਣੇ ਪਰਿਵਾਰਾਂ ਦੇ ਨਾਲ ਮਿਲਾਪ ਹੈ, ਉਦੋਂ ਮਨੁੱਖ ਬੜਾ ਖੁਸ਼ ਹੁੰਦਾ ਹੈ। ਜਦੋਂ ਵਿਛੋੜਾ ਪੈਂਦਾ ਹੈ ਮਨੁੱਖ ਉਦੋਂ ਦੁਖੀ ਹੁੰਦਾ ਹੈ। ਭਾਈ ਸਾਵਣ ਮੱਲ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਉਪਦੇਸ਼ ਸੁਣਿਆ,
ਉਪਦੇਸ਼ ਸੁਣ ਕੇ ਗੁਰੂ ਸਾਹਿਬ ਜੀ ਦਾ ਹੋ ਗਿਆ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਅੱਗੇ ਚੱਲਣ ਲੱਗੇ ਨਾ, ਇੰਨੀ ਗੱਲ ਕਹਿ ਦਿੱਤੀ, ਬਾਬਾ ਜਾਂ ਰਹਿ ਜਾ ਜਾਂ ਲੈ ਜਾ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਵੇਖਿਆ ਵੀ ਸਾਵਣ ਮੱਲ ਜਿਹੜਾ ਹੈ ਨਾ, ਇਹ ਹੁਣ ਸਰੀਰ ਨਾਲ ਜੁੜ ਗਿਆ। ਤੇ ਜਿਹੜਾ ਸਰੀਰ ਨਾਲ ਜੁੜਦਾ ਹੈ ਨਾ, ਉਹਦਾ ਜਦੋਂ ਵਿਛੋੜਾ ਪੈਂਦਾ ਹੈ ਉਹਨੂੰ ਦੁੱਖ ਜ਼ਰੂਰ ਹੁੰਦਾ ਹੈ। ਮੇਰੇ ਗੁਰੂ ਨਾਨਕ ਨੇ ਸਰੀਰਾਂ ਨਾਲ ਨਹੀਂ ਜੋੜਿਆ, ਜੋਤ ਨਾਲ ਜੋੜਿਆ, ਮੂਲ ਨਾਲ ਜੋੜਿਆ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਆਪਣੇ ਆਪ ਦੀ ਪਛਾਣ ਕਰ। ਜੇ ਤੂੰ ਆਪਣੇ ਆਪ ਦੀ ਪਛਾਣ ਕਰ ਲਈ ਤੇ ਤੈਨੂੰ ਰੱਬ ਦੀ ਪਛਾਣ ਆ ਜਾਏਗੀ। ਕਈ ਵਾਰੀ ਅਸੀਂ ਕਹਿ ਦਿੰਦੇ ਆ ਤੂੰ ਮੈਨੂੰ ਜਾਣਦਾ ਨਹੀਂ। ਆਮ ਹੀ ਸਾਡੀ ਇੱਕ ਬੋਲੀ ਹੈਗੀ ਹੈ, ਜਦੋਂ ਗੁੱਸੇ ਵਿੱਚ ਆ ਜਾਈਏ, ਕ੍ਰੋਧ ਵਿੱਚ ਸੜੇ ਬੜੇ ਹੋਈਏ, ਉਦੋਂ ਅਸੀਂ ਇਹ ਕਹਿ ਦਿੰਦੇ ਆ ਥਰਡ ਪਰਸਨ ਨੂੰ, ਤੂੰ ਮੈਨੂੰ ਜਾਣਦਾ ਨਹੀਂ। ਧਿਆਨ ਦਿਆ ਜੇ, ਬੰਦਾ ਨੇ ਦੂਸਰੇ ਨੇ ਤੇ ਕੀ ਜਾਣਨਾ, ਅਸੀਂ ਆਪਣੇ ਆਪ ਨੂੰ ਨਹੀਂ ਜਾਣਦੇ। ਜਿੱਦਣ ਅਸੀਂ ਦੂਸਰੇ ਨੂੰ ਕਹਿੰਦੇ ਆ ਤੂੰ ਮੈਨੂੰ ਨਹੀਂ ਜਾਣਦਾ, ਪਰ ਜੇ ਬੰਦਿਆ ਜੇ ਤੈਨੂੰ ਗੁਰੂ ਕੀ ਬਾਣੀ ਦੀ ਰਮਜ ਸਮਝ ਆ ਜਾਏ, ਤੂੰ ਆਪਣੇ ਆਪ ਨੂੰ ਜਾਣ ਲਏ ਜਾਂ ਤੇਰਾ ਬੇੜਾ ਪਾਰ ਹੋ ਜਾਏਗਾ। ਅਸੀਂ ਤੇ ਆਪਣੇ ਆਪ ਨੂੰ ਨਹੀਂ ਅਜੇ ਤੱਕ ਜਾਣਿਆ। ਅਸੀਂ ਆਪਣੇ ਆਪ ਨੂੰ ਨਹੀਂ ਸਮਝਿਆ ਵੀ ਅਸੀਂ ਹੈ ਕੀ ਆ। ਗੁਰੂ ਸਾਹਿਬ ਜੀ ਸਾਨੂੰ ਜਣਾਉਣਾ ਚਾਹੁੰਦੇ ਨੇ, ਸਮਝਾਉਣਾ ਚਾਹੁੰਦੇ ਨੇ, ਅਸੀਂ ਸਮਝਾਉਂਦੇ ਨੇ, ਪਰ ਅਸੀਂ ਸਮਝਦੇ ਨਹੀਂ। ਮੇਰੇ ਸਾਹਿਬ ਜੀ ਕਹਿੰਦੇ ਨੇ, ਗੱਚ ਜੇ ਲੱਗਾ ਗਿੜਵੜੀ ਸਖੀਏ ਧੌਲ ਹਰੀ। ਹੈ ਸਖੀਏ ਸਹੇਲੀਏ, ਜਿਹੜੇ ਪੱਕੀਆਂ ਟਾਰੀਆਂ ਸਨ, ਪਹਾੜਾਂ ਵਰਗੇ ਜਿਹੜੇ ਪੱਕੇ ਮਹਿਲ ਸਨ, ਜਿਨ੍ਹਾਂ ਨੂੰ ਚੂਨੇ ਦਾ ਪਲਸਤਰ ਲੱਗਾ ਹੋਇਆ ਸੀ, ਉਹ ਵੀ ਡਿੱਗਦੇ ਮੈਂ ਵੇਖੇ ਨਹੀਂ, ਉਹ ਵੀ ਕੰਧਾਂ ਕਿਰਦੀਆਂ ਵੇਖੀਆਂ ਨੇ। ਸੇ ਪੀ ਟੈਂਦੇ ਡਿਠ ਮੇ ਫਿਰ ਕਿਆ ਮੁੰਦ ਨਾ ਗਰਭ ਥਣੀ। ਤੂੰ ਗਰਭ ਤੋਂ ਭਾਵ ਹੈ ਹੰਕਾਰ। ਹੇ ਮੁੰਦੇ, ਹੇ ਜਗਿਆਸੂ ਜੀਵ ਇਸਤਰੀਏ, ਤੂੰ ਇਸ ਆਪਣੀ ਜਵਾਨੀ ਤੇ ਇਸ ਜੋਬਨ ਦੇ ਉੱਤੇ ਤੂੰ ਮਾਣ ਨਾ ਕਰ। ਗਰਭ, ਗੱਗਾ ਤੇ ਰਾਰਾ ਤੇ ਬੱਬਾ ਬਣ ਜਾਏਗਾ ਗਰਭ। ਗੱਗਾ ਤੇ ਰਾਰਾ ਤੇ ਭੱਬਾ ਬਣ ਜਾਂਦਾ ਹੈ ਗਰਭ। ਕੁੱਖ, ਮਾਂ ਦੀ ਕੁੱਖ, ਜਿਹਨੂੰ ਅਸੀਂ ਗਰਭ ਕਹਿੰਦੇ ਆ। ਕਈ ਵਾਰੀ ਪਾਠ ਇਹ ਜਿਹੜੇ ਅਸੀਂ ਕਰਦੇ ਆ ਨਾ, ਅਸੀਂ ਗੱਗਾ ਤੇ ਰਾਰਾ ਤੇ ਬੱਬਾ ਇਹਨੂੰ ਵੀ ਗਰਭ ਪੜ ਜਾਂਦੇ ਆ, ਤੇ ਭੱਬੇ ਦੇ ਨਾਲ ਉਹਨੂੰ ਵੀ ਗਰਭ ਪੜ ਜਾਂਦੇ ਆ। ਅਰਥਾਂ ਦਾ ਜਿਹੜਾ ਹੈ ਸਾਨੂੰ ਨਾ ਪਤਾ ਹੋਣ ਕਰਕੇ ਅਸੀਂ ਐਵੇਂ ਪੜ੍ਹਦੇ ਆ। ਧਿਆਨ ਦਿਆ ਜੇ, ਇੱਥੇ ਗਰਭ ਦਾ ਅਰਥ ਹੈ ਹੰਕਾਰ, ਹਉਮੈ। ਤੇ ਹੰਕਾਰ ਜਿਹੜਾ ਹੈ ਸਾਡੇ ਅੰਦਰ ਸਾਰਿਆਂ ਦੇ ਹੀ ਹੈ। ਤੇ ਜਿਹੜਾ ਹੰਕਾਰ ਨੂੰ ਜਿੱਤ ਲੈਂਦਾ ਹੈ ਉਹ ਨਿਰੰਕਾਰ ਨੂੰ ਪਾ ਲੈਂਦਾ ਹੈ। ਹੰਕਾਰ ਨੂੰ ਜਿਹੜਾ ਜਿੱਤ ਲਵੇ ਉਹ ਨਿਰੰਕਾਰ ਨੂੰ ਪਾਉਂਦਾ ਹੈ। ਤੇ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ, ਜਿਨ ਮਿਲ ਮਾਰੇ ਪੰਚ ਸੂਰ ਵੀਰ। ਹੰਕਾਰ ਨੂੰ ਜਿੱਤਣ ਵਾਸਤੇ ਇਹ ਜਿਹੜੇ ਪੰਜ ਨੇ ਨਾ, ਜਿਨ੍ਹਾਂ ਨੇ ਇਹਨਾਂ ਨੂੰ ਕਾਬੂ ਕਰ ਲਿਆ। ਜਿਨ ਮਿਲ ਮਾਰੇ ਪੰਚ ਸੂਰ ਵੀਰ, ਐਸੋ ਕੌਣ ਬਲੀਰੇ। ਇਹੋ ਜਿਹਾ ਕੋਈ ਬਲੀ ਸੰਸਾਰ ਦੇ ਵਿੱਚ ਹੈ ਜਿਨ੍ਹਾਂ ਨੇ ਪੰਜਾਂ ਨੂੰ ਕਾਬੂ ਕਰ ਲਿਆ। ਪੰਜਾਂ ਨੂੰ, ਕਾਮ, ਕ੍ਰੋਧ, ਲੋਭ, ਮੋਹ। ਤੇ ਮੇਰੇ ਪਾਤਸ਼ਾਹ ਕਹਿੰਦੇ ਸਾਰਿਆਂ ਤੋਂ ਵੱਡਾ ਸੂਰਮਾ ਹੀ ਉਹ ਹੈ, ਯੋਧਾ ਹੀ ਉਹ ਹੈ ਜਿਨ੍ਹਾਂ ਨੇ ਇਹਨਾਂ ਨੂੰ ਕਾਬੂ ਕਰ ਲਿਆ। ਮੁੰਦ ਨਾ ਗਰਭ ਥਣੀ। ਫਿਰ ਅੱਗੇ ਕਿਹਾ, ਸੁਣ ਮੁੰਦੇ ਹਰਣਾਖੀਏ। ਅੱਖਾਂ ਵੇਖਦੇ ਆ, ਨਕਸ਼ ਵੇਖਦੇ ਆ, ਦੰਦ ਵੇਖਦੇ ਆ, ਸਰੀਰ ਦਾ ਜਿਹੜਾ ਸਟਰਕਚਰ ਵੇਖਦੇ ਆ, ਬਾਡੀ ਨੂੰ ਵੇਖਦੇ ਆ। ਤੇ ਫਿਰ ਬਾਡੀ ਨੂੰ ਵੇਖ ਕੇ ਬੜਾ ਹੀ ਮਾਣ ਕਰਦੇ ਆ। ਆਪਣੇ ਨੈਣ ਨਕਸ਼ਾਂ ਨੂੰ ਵੇਖ ਕੇ ਹੰਕਾਰ ਵਿੱਚ ਆਉਂਦੇ ਆ। ਮੇਰੇ ਪਾਤਸ਼ਾਹ ਕਹਿੰਦੇ ਨੇ, ਬੰਦਿਆ ਕਾਹਦੇ ਹੰਕਾਰ ਵਿੱਚ ਆਏ ਆ। ਧਿਆਨ ਦਿਆ ਜੀ, ਗੁਰੂ ਨਾਲ ਅਰਜਨ ਸਾਹਿਬ ਮਹਾਰਾਜ ਦੀ ਬਾਣੀ ਨੂੰ ਮੈਂ ਨਾਲ ਨਾਲ ਰੱਖਾਂਗਾ। ਮੇਰੇ ਪਾਤਸ਼ਾਹ ਜੀ ਕਹਿੰਦੇ ਨੇ, तीन शेर का दिहाड़ी मेहमान। मनुखा जन्म तो लिया है, तेरा जड़ा राशन है मनुख सवेर तो लैके 3 शेर, जी असी आटे की गल करिए तो खा नहीं सकता बंदा ना। 3 शेर तो लैके भाव 3 शेर जड़ा राशन मनुख पानी उरा परा ले जो भी खांदा है मनुख अपने शरीर विच पाउंदा। 3 शेर। क्या 3 शेर का दिहाड़ी मेहमान और अवस्त तुझ पाहे अमान। ते जेड़ियां होर वस्तुआं ने ना तेरे कोल होर पदार्थ पए ने
ਉਹ ਸਮਝ ਲੈ ਕਿ ਤੇਰੇ ਕੋਲ ਅਮਾਨਤ ਪਈਆਂ ਨੇ, ਵਸਤੂਆਂ ਅਮਾਨਤ ਪਈਆਂ ਨੇ, ਉਹ ਤੇਰੀਆਂ ਨਹੀਂ ਹੈਗੀਆਂ। ਗੁਰੂ ਸਾਹਿਬ ਜੀ ਸਾਡੇ ਅਹੰਕਾਰ ਨੂੰ ਮਿਟਾਉਣ ਵਾਸਤੇ ਪਾਤਸ਼ਾਹ ਸਾਨੂੰ ਕਹਿੰਦੇ ਨੇ, ਆਵਰ ਅਵਸਥ ਤੁਜ ਪਾਹੇ ਅਮਾਨ। ਫਿਰ ਅੱਗੇ ਆਇਆ, ਬਿਸ਼ਟਾ ਅਸਤ ਰਕਤ ਪਲੇਟੇ ਚਾਮ। ਹੁਣ ਜਿਹੜਾ ਹਉਮੈ ਕਰਦਾ ਹੈ ਨਾ, ਅਹੰਕਾਰ ਕਰਦਾ ਹੈ, ਆਪਣੇ ਆਪ ਤੇ ਧਿਆਨ ਦਿਆ ਜੇ। ਮੇਰੇ ਪਾਤਸ਼ਾਹ ਜੀ ਅੰਦਰ ਦਾ ਸਾਨੂੰ ਚਾਨਣਾ ਕਰਾਉਂਦੇ ਨੇ। ਬਿਸ਼ਟਾ ਜਿਹੜਾ ਆਪਣੀ ਜਵਾਨੀ ਤੇ ਹੰਕਾਰ ਕਰਦਾ, ਆਪਣੀ ਸੁੰਦਰਤਾ ਤੇ ਹੰਕਾਰ ਕਰਦਾ, ਮੇਰੇ ਪਾਤਸ਼ਾਹ ਕਹਿੰਦੇ ਨੇ ਹੈ ਕੀ ਤੇਰੇ ਵਿੱਚ? ਬਿਸ਼ਟਾ ਕਿਹਨੂੰ ਕਹਿੰਦੇ ਨੇ? ਗੰਦਗੀ ਨੂੰ। ਬਿਸ਼ਟਾ ਅਸਤ, ਅਸਤ ਕਵਾਂਗੇ ਹੱਡੀਆਂ ਨੂੰ, ਜਿਹਨਾਂ ਨੂੰ ਅਸੀਂ ਜਦੋਂ ਕੋਈ ਪ੍ਰਾਣੀ ਚਲੇ ਜਾਂਦਾ ਹੈ ਤੇ ਫਿਰ ਕਹਿੰਦੇ ਆ ਵੀ ਹੁਣ ਫਲਾਣੇ ਦੇ ਫੁੱਲ ਚੁਗਣ ਚੱਲੇ ਆ, ਅਸੀਂ ਹੱਡੀਆਂ ਨੂੰ ਫੁੱਲ ਕਹਿੰਦੇ, ਫੁੱਲ ਤੇ ਰਿਹਾ ਹੀ ਨਹੀਂ। ਬਿਸ਼ਟਾ ਅਸਤ ਤੇ ਫਿਰ ਕਿਆ ਰਕਤ। ਬੰਦਿਆ ਤੇਰੇ ਵਿੱਚ ਹੈ ਕੀ ਹੈ? ਬਿਸ਼ਟਾ ਗੰਦਗੀ ਤੇ ਰਕਤ ਲਹੂ ਮਿੱਝ। ਬਿਸ਼ਟਾ ਅਸਤ ਰਕਤ, ਪਰੇਟੇ ਉੱਤੇ ਚਿੱਟਾ ਚੰਮ, ਉੱਤੇ ਚਿੱਟੀ ਖੱਲ ਹੈਗੀ ਹੈ ਵਿੱਚ। ਤੇ ਵੇਖ, ਧਿਆਨ ਤੇ ਮਾਰ ਕੇ ਵੇਖਣਾ ਵੀ ਤੂੰ ਕਿਹਦੇ ਉੱਤੇ ਮਾਣ ਕਰਦਾ ਹੈ। ਮਨੁੱਖ ਹਰ ਮਨੁੱਖ ਮਾਣ ਕਰਦਾ, ਹਰ ਇੱਕ ਮਨੁੱਖ ਹੰਕਾਰ ਕਰਦਾ ਹੈ। ਕਾਹਦੇ? ਆਪਣੇ ਜੋਬਨ ਤੇ, ਆਪਣੀ ਸੁੰਦਰਤਾ ਤੇ। ਹੈ ਵਿੱਚ ਕੀ ਹੈ? ਬਿਸ਼ਟਾ ਗੰਦਗੀ, ਗੰਦਗੀ ਨਾਲ ਭਰਿਆ ਹੋਇਆ ਸਰੀਰ। ਤੇ ਜਿਹੜਾ ਕੋਲਾ ਹੈ ਉਹ ਕਾਲਾ ਹੈ। ਤੁਸੀਂ ਕਹੋਗੇ ਜੇ ਹੁਣ ਗੰਦਗੀ ਨਾਲ ਭਰਿਆ ਤੇ ਇੰਨਾ ਮੈਂ ਹੁਣ ਨਾਲ ਇਹਦਾ ਹੋਰ ਵੀ ਅਰਥ ਕਰਾਂਗਾ। ਇਹ ਬਿਸ਼ਟਾ ਨਾਲ, ਇਹ ਗੰਦਗੀ ਨਾਲ ਭਰਿਆ ਹੋਇਆ ਜਿਹੜਾ ਕੋਲਾ ਹੈ ਉਹ ਕਾਲਾ ਹੈ। ਪਰ ਉਹ ਕਾਲਾ ਤਾਂ ਹੈ ਜਦੋਂ ਉਹ ਚੁੱਲ੍ਹੇ ਦੇ ਵਿੱਚੋਂ ਬਾਹਰ ਆ ਜਾਂਦਾ ਹੈ, ਉਦੋਂ ਕਾਲਾ ਹੋ ਜਾਂਦਾ ਹੈ। ਜਦੋਂ ਚੁੱਲ੍ਹੇ ਦੇ ਵਿੱਚੋਂ ਉਹਨੂੰ ਜੁਦਾ ਕਰ ਦਿੱਤਾ ਜਾਵੇ ਉਦੋਂ ਕਾਲਾ ਹੈ। ਤੇ ਜੇ ਉਸ ਕਾਲੇ ਨੂੰ, ਜੇ ਇਹ ਸਾਡਾ ਸਰੀਰ, ਕਿਹਾ ਮੈਂ ਹੁਣ ਇਸ ਨੂੰ ਕਲੀਅਰ ਕਰ ਰਿਹਾ ਵੀ ਇਹ ਗੰਦਾ ਹੈ, ਪਰ ਇਹ ਚੰਗਾ ਵੀ ਕਿਵੇਂ ਹੈ? ਜੇ ਉਸ ਕਾਲੇ ਕੋਲੇ ਨੂੰ ਮੁੜ ਮੁੜ ਕੇ ਵਾਰ-ਵਾਰ ਸਾਫ਼ ਕੀਤਾ ਜਾਵੇ, ਪਾਣੀ ਨਾਲ, ਦੁੱਧ ਨਾਲ, ਦਹੀਂ ਨਾਲ ਧੋਤਾ ਜਾਵੇ ਵੀ ਉਹਦੀ ਕਾਲਖ ਨਿਕਲ ਜਾਵੇ। ਕਾਲਖ ਨਹੀਂ ਨਿਕਲ ਸਕਦੀ। ਉਹ ਤੇ ਕਾਲਾ ਹੱਥ ਵੀ ਕਰੀ ਜਾਏਗਾ, ਤੇ ਜਿਹਦੇ ਵਿੱਚ ਧੋਵੇਗਾ ਉਹਨੂੰ ਵੀ ਕਾਲਾ ਕਰੀ ਜਾਏਗਾ। ਦੁੱਧ ਵੀ ਕਾਲਾ ਹੋ ਜਾਏਗਾ, ਦਹੀਂ ਵੀ ਕਾਲੀ ਹੋ ਜਾਏਗੀ, ਲੱਸੀ ਵਿੱਚ ਪਾ ਉਹ ਵੀ ਕਾਲਾ ਹੋ ਜਾਏਗਾ। ਕੋਲਾ ਜਿਹੜਾ ਹੈ ਉਹ ਕਾਲਾ ਰਹੇਗਾ। ਤੇ ਜੇ ਕੋਈ ਸਿਆਣਾ ਮਿਲ ਜਾਏ, ਸੁੱਕੜ ਮਿਲ ਜਾਏ, ਕਹਿੰਦਾ ਕੀ ਕਰਦਾ? ਕਹਿੰਦਾ ਵੀ ਕੋਲੇ ਨੂੰ ਮੈਂ ਬਿਲਕੁਲ ਐਨ ਚਿੱਟਾ ਸਫੈਦ ਕਰਨਾ ਚਾਹੁੰਦਾ, ਜਿਵੇਂ ਜਾਂ ਇਹਦਾ ਰੰਗ ਸੀ ਉਵੇਂ ਜਾਂ ਕਰਨਾ ਚਾਹੁੰਦਾ। ਕਹਿੰਦਾ ਵੀ ਇਹ ਨਹੀਂ ਹੋਏਗਾ, ਭਾਵੇਂ ਦੁੱਧ ਵਿੱਚ ਧੋ ਤੇ ਭਾਵੇਂ ਦਹੀਂ ਵਿੱਚ ਧੋ ਤੇ ਭਾਵੇਂ ਇਹਨੂੰ ਲੱਸੀ ਵਿੱਚ ਧੋ, ਇਹ ਕਾਲੇ ਦਾ ਕਾਲਾ ਰਹਿਣਾ ਏ। ਇਹਨੇ ਨਹੀਂ ਸਵਰਨਾ, ਇਹਨੇ ਉਵੇਂ ਜਾਂ ਨਹੀਂ ਹੋਣਾ। ਤੇ ਕਹਿੰਦਾ ਫਿਰ ਕਿਵੇਂ? ਤੂੰ ਦੱਸ ਦੇ ਜੇ ਤੂੰ ਬਾਈ ਇਹਦਾ, ਫਿਰ ਦੱਸ ਵੀ ਇਹ ਤੂੰ ਦੱਸ। ਤੇ ਕਹਿੰਦਾ ਇਹ ਕੱਲ ਕੀ ਹੈ, ਇੰਨੀ ਕੀ ਹੈ, ਜਿੱਥੋਂ ਲਿਆਂਦਾ ਹੈ ਉੱਥੇ ਹੀ ਰੱਖਦੇ ਨੇ। ਜਿੱਥੋਂ ਲਿਆਂਦਾ ਹੈ ਇਸ ਕੋਲੇ ਨੂੰ ਉੱਥੇ ਰੱਖ। ਭਾਵ ਚੁੱਲ੍ਹੇ ਦੇ ਵਿੱਚੋਂ ਆਇਆ ਹੈ ਤੇ ਇਸ ਕੋਲੇ ਨੂੰ ਤੂੰ ਚੁੱਲ੍ਹੇ ਦੇ ਵਿੱਚ ਰੱਖ ਦੇ। ਜਦੋਂ ਚੁੱਲ੍ਹੇ ਦੇ ਵਿੱਚ ਰੱਖੇਗਾ ਇਹਦਾ ਉਹੋ ਹੀ ਰੂਪ ਹੋ ਜਾਏਗਾ। ਜਦੋਂ ਕੋਲਾ ਧੋਤਾ ਹੋਇਆ ਦਹੀਂ ਦੁੱਧ ਨਾਲ ਸਾਫ਼ ਕਰਦਿਆਂ ਉਹਦਾ ਰੰਗ ਨਹੀਂ ਵਟਾਇਆ ਗਿਆ, ਪਰ ਜਦੋਂ ਸਿਆਣੇ ਨੇ ਕਿਹਾ ਇਹ ਕੋਲਾ ਜਿਹੜਾ ਹੈ ਐਵੇਂ ਸਾਫ਼ ਨਹੀਂ ਹੋਣਾ, ਇਹਦੀ ਕਾਲਕ ਤੇ ਐਵੇਂ ਦੀ ਐਵੇਂ ਰਹਿ ਜਾਣੀ ਹੈ। ਜੇ ਇਹਦੀ ਕਾਲਕ ਲਾਉਣੀ ਚਾਹੁੰਦਾ ਹੈ ਤੇ ਇਹਨੂੰ ਚੁੱਲ੍ਹੇ ਵਿੱਚ ਰੱਖ। ਚੁੱਲ੍ਹੇ ਵਿੱਚ ਰੱਖਿਆ ਤੇ ਉਹਨੇ ਉਸੇ ਤਰ੍ਹਾਂ ਦਾ ਹੀ ਲਾਲ ਸੂਹਾ ਰੰਗ ਉਹਦਾ ਬਣ ਗਿਆ। ਉਹਨੇ ਆਪਣਾ ਰੂਪ ਉਸੇ ਤਰ੍ਹਾਂ ਬਣਾ ਲਿਆ। ਕਹਿਣ ਤੋਂ ਭਾਵ ਹੈ ਬੰਦਿਆ, ਜੇ ਤੂੰ ਗੁਰੂ ਦੇ ਕੋਲੋਂ ਟੁੱਟਾ ਹੈ ਤੇ ਟੁੱਟ ਗਿਆ ਤੇ ਕੋਲੇ ਦੀ ਨਿਹਾਈ ਹੋ ਜਾਏਗਾ। ਸੜੇ ਹੋਏ ਕੋਲੇ ਦੀ ਨਿਹਾਈ ਹੈ। ਪਰ ਜੇ ਕੋਲੇ ਨੂੰ ਫਿਰ ਰੱਖ ਦਿੱਤਾ ਚੁੱਲ੍ਹੇ ਦੇ ਵਿੱਚ ਤੇ ਲਾਲ ਸੂਹਾ ਹੋ ਜਾਂਦਾ ਏ। ਜੇ ਤੂੰ ਗੁਰੂ ਦੇ ਕੋਲ ਫਿਰ ਆ ਜਾਏ ਤੇ ਤੇਰਾ ਰੂਪ ਉਹ ਹੋ ਜਾਏਗਾ। ਪਰ ਬਿਸ਼ਟਾ ਰਕਤ, ਬਿਸ਼ਟਾ ਗੰਦਗੀ, ਅਸਤ ਹੱਡੀਆਂ, ਲਹੂ ਮਿੱਝ ਨਾਲ ਭਰਿਆ ਹੋਇਆ, ਐਵੇਂ ਮਾਣ ਕਰੀ ਜਾਂਦਾ। ਬਿਸ਼ਟਾ ਅਸਤ ਰਕਤ ਪਰੇਟੇ ਚਾਮ, ਇਸ ਉਪਰ ਲੈ ਰੱਖੇ ਗੁਮਾਨ। ਤੂੰ ਕਾਹਦੇ ਉੱਤੇ ਮਾਣ ਕਰਦਾ ਹੈ? ਕਾਹਦੇ ਵਾਸਤੇ ਇਹਦੇ ਉੱਤੇ ਹੰਕਾਰ ਕਰਦਾ ਹੈ? ਤੇ ਗੰਦਗੀ ਨਾਲ ਭਰਿਆ, ਵਿਸ਼ਟਾ ਨਾਲ ਭਰਿਆ ਹੈ। ਤੇ ਜੇ ਕਿਤੇ ਗੁਰੂ ਦੀ ਜੋਤ ਨਾਲ ਜੁੜ ਜਾਵੇ ਤੇ ਸੱਚ ਜਾਣਿਓ, ਜਿਵੇਂ ਕੋਲਾ ਚੁੱਲ੍ਹੇ ਵਿੱਚ ਆ ਕੇ ਆਪਣਾ ਰੂਪ ਵਟਾ ਦਿੰਦਾ ਹੈ, ਇਸੇ ਤਰ੍ਹਾਂ ਗੁਰੂ ਪਿਆਰਿਓ ਜਿਹੜਾ ਗੁਰੂ ਸ਼ਬਦ ਨਾਲ ਜੁੜ ਜਾਵੇ ਉਹ ਗੁਰੂ ਵਰਗਾ ਹੀ ਹੋ ਕੇ ਰਹਿ ਜਾਂਦਾ ਹੈ। ਗੁਰੂ ਉਹਦੇ ਉੱਤੇ ਰਹਿਮਤ ਕਰਦੇ ਨੇ। ਧਿਆਨ ਦਿਆ ਜੇ, ਸ਼ਬਦ ਮੈਂ ਪੂਰਾ ਕਰਾਂ।
ਮੇਰੇ ਸਾਹਿਬ ਜੀ ਕਹਿੰਦੇ ਨੇ, ਸੋਣ ਮੁੰਦੇ ਹਰਨ ਆਖੀਏ ਗੂੜਾ ਵੈਣ ਅਪਾਰ। ਗੂੜਾ ਡੂੰਘਾ, ਗੂੜਾ ਤੋਂ ਅਰਥ ਕਰਾਂਗੇ ਡੂੰਘਾ, ਵੈਣ ਦੇ ਅਰਥ ਕਰਾਂਗੇ ਬੋਲ। ਤੇ ਮੇਰੇ ਪਾਤਸ਼ਾਹ ਕਹਿੰਦੇ ਨੇ, ਸੁਣ ਮੁੰਦੇ ਹਰਨ ਆਖੀਏ, ਗੱਲ ਸੁਣ, ਮੈਂ ਤੈਨੂੰ ਇੱਕ ਬੜੇ ਗੂੜ ਗਿਆਨ ਦੀ ਗੱਲ ਦੱਸਣ ਲੱਗਾ। ਮੈਂ ਤੈਨੂੰ ਗੂੜ ਗਿਆਨ ਦੀ ਇਹ ਗੱਲ ਦੱਸਣੀ ਹੈ। ਪਹਿਲਾਂ ਵਸਤ ਸਜਾਣ ਕੇ, ਸਜਾਣ ਤੋਂ ਭਾਵ ਹੈ ਜਿਹੜਾ ਵਪਾਰੀ ਹੈ ਨਾ, ਪਹਿਲਾਂ ਵਸਤੂ ਨੂੰ ਸਜਾਣਦਾ ਹੈ, ਪਹਿਲਾਂ ਉਸ ਨੂੰ ਵੇਖਦਾ ਹੈ ਵੀ ਇਹਦੇ ਵਿੱਚ ਦਾਣੇ ਕਿੰਨੇ ਨੇ, ਚਾੜਾ ਕਿੰਨਾ ਹੈ, ਪਹਿਲਾਂ ਉਸ ਵਸਤੂ ਦੀ ਪਛਾਣ ਕਰਦਾ ਹੈ ਤੇ ਫਿਰ ਵਪਾਰ ਕਰਦਾ ਹੈ। ਬੰਦਿਆ ਤੂੰ ਵੀ ਪਹਿਲਾਂ ਇਸ ਵਸਤੂ ਨੂੰ ਸਜਾਣ, ਇਸ ਵਸਤੂ ਦੀ, ਇਸ ਕਾਇਆ ਦੀ ਪਛਾਣ ਕਰ ਵੀ ਇਹਦੇ ਵਿੱਚ ਹੈ ਕੀ। ਪਹਿਲਾਂ ਵਸਤ ਸਜਾਣ ਕੇ ਤਾਂ ਕੀਜੈ ਵਾਪਾਰ, ਦੋਹੀ ਦੀਜੈ ਦੁਰਜਨਾ। ਦੁਰਜਨਾ ਤੋਂ ਭਾਵ ਹੈ ਭੈੜੀ ਮਤ, ਦੁਰਜਨਾ ਤੋਂ ਭਾਵ ਹੈ ਮਾੜੀ ਜਿਹੜੀ ਮਤ ਹੈ ਦੁਹਾਈ ਦੇ। ਤੇ ਬਾਬਾ ਫਰੀਦ ਜੀ, ਬਾਬਾ ਕਬੀਰ ਜੀ ਦੀ ਅਸੀਂ ਬਾਣੀ ਪੜ੍ਹਦੇ ਆ ਨਾ, ਉਹ ਵੀ ਕਹਿੰਦੇ ਨੇ ਵੀ ਮੈਂ ਉੱਚੇ ਚੜ੍ਹ ਕੇ ਦੇਖਿਆ। ਉਹ ਵੀ ਆਖਦਾ ਪਿਆ, ਬਾਬਾ ਵੀ ਕਹਿੰਦਾ ਹੈ, ਮੈਂ ਜਦੋਂ ਮੈਂ ਵੇਖਿਆ ਤੇ ਘਰ ਘਰ ਇਹੋ ਅੱਗ, ਇਹ ਘਰ ਘਰ ਇਹ ਸਾਰੇ ਭਾਂਬੜ ਮੱਚਣ ਡਏ ਨੇ। ਉਹ ਘਰ ਘਰ ਕਿਹੜੀ ਅੱਗ ਹੈ? ਇਹੋ ਹੀ ਅੱਗ ਜਿਹੜੀ ਅਸੀਂ ਹੋਮੇ ਦੀ ਕਹਿ ਰਹੇ ਹਾਂ। ਘਰ ਘਰ ਤੋਂ ਭਾਵ ਹੈ ਹਿਰਦੇ ਰੂਪੀ ਘਰ ਦੇ ਵਿੱਚ ਉਹ ਅੱਗ ਲੱਗੀ ਹੋਈ ਹੈ। ਜਿਤ ਦੋਹੀ ਸੱਜਣ ਮਿਲਨ, ਲਹੋ ਮੁੰਦੇ ਵਿਚਾਰ, ਤਨ ਮਨ ਦੀਜੈ ਸੱਜਣਾ ਐਸਾ ਹਸਣਸਾਰ। ਤਨ ਮਨ ਦੀਜੈ, ਜੇ ਉਹਨਾਂ ਸੱਜਣਾ ਨਾਲ ਮਿਲਾਪ ਚਾਹੁੰਦਾ ਹੈ ਤੇ ਫਿਰ ਜਿਹੜੀਆਂ ਮਨ ਦੀਆਂ ਬੁਰਾਈਆਂ ਨੇ ਇਹਨਾਂ ਨੂੰ ਕੱਢ ਦੇ। ਤੇ ਜਦੋਂ ਮਨ ਦੀਆਂ ਬੁਰਾਈਆਂ ਜਿਹੜੀਆਂ ਨੇ ਨਾ, ਇਹ ਮਨ ਦੀਆਂ ਬੁਰਾਈਆਂ ਸਾਡੇ ਗਿਆਨ ਇੰਦਰੀ ਤੇ ਕਰਮ ਇੰਦਰੀ ਇਹਨਾਂ ਨੂੰ ਕਬੂਲ ਕਰਦੇ ਨੇ। ਮੇਰੇ ਪਾਤਸ਼ਾਹ ਜੀ ਕਹਿੰਦੇ ਨੇ, ਤਨ ਮਨ ਦੀਜੈ। ਜਦੋਂ ਤੂੰ ਆਪਣੇ ਉਸ ਸੱਜਣਾ ਦਾ ਮਿਲਾਪ ਚਾਹਣਾ ਹੈ ਤੇ ਤਨ ਵੀ ਗੁਰੂ ਨੂੰ ਤੇ ਮਨ ਵੀ ਗੁਰੂ ਨੂੰ ਭੇਟਾ ਕਰਦੇ ਸੀ। ਆਨੰਦ ਸਾਹਿਬ ਵਿੱਚ ਪੜ੍ਹਦੇ ਆ ਨਾ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੀਐ। ਗੁਰੂ ਦਾ ਹੁਕਮ, ਗੁਰੂ ਤੋਂ ਭਾਵ, ਹੁਕਮ ਤੋਂ ਭਾਵ ਹੈ ਗੁਰੂ ਦਾ ਭਾਣਾ, ਗੁਰੂ ਦੀ ਰਜ਼ਾ। ਤੇ ਮੇਰੇ ਸਾਹਿਬ ਜੀ ਕਹਿੰਦੇ ਨੇ, ਐਸਾ ਹੱਸਣ, ਹੱਸਣ ਤੋਂ ਭਾਵ ਹੈ ਖੁਸ਼ੀ, ਵਿਗਾਸ। ਤੇਰੇ ਜੀਵਨ ਦੇ ਵਿੱਚ ਇਹੋ ਜਿਹਾ ਵਿਗਾਸ ਆ ਜਾਏਗਾ, ਇਹੋ ਜਿਹਾ ਖੜਾਵ ਆ ਜਾਵੇਗਾ, ਤਿਸ ਸਿਉ ਨੇਹ ਨਾ ਕੀਜਈ ਜੇ ਦਿਸੈ ਚੱਲਣ ਹਾਰ। ਨੇ ਕਹਿੰਦੇ ਨੇ ਪ੍ਰੇਮ, ਤੂੰ ਉਹਦੇ ਨਾਲ ਪਿਆਰ ਨਾ ਕਰ ਜਿਹੜਾ ਸੰਸਾਰ ਸਾਰਾ ਹੀ ਤੁਰਿਆ ਜਾ ਰਿਹਾ, ਜਿਹੜਾ ਸੰਸਾਰ ਤੁਰਿਆ ਜਾ ਰਿਹਾ ਹੈ। ਫਿਰ ਨਾਨਕ ਜਿਨੀ ਏਵ ਕਰ ਬੁੱਝਿਆ, ਤਿਨਾ ਵਿਟੋਂ ਕੁਰਬਾਨ। ਪਾਤਸ਼ਾਹ ਜੀ ਕਹਿੰਦੇ ਨੇ, ਜਿਨ੍ਹਾਂ ਨੇ ਏਵ ਕਰ ਭਾਵ ਬੁੱਝ ਲਿਆ, ਪਛਾਣ ਲਿਆ, ਜਿਨ੍ਹਾਂ ਨੇ ਇਸ ਗੱਲ ਨੂੰ, ਰਮਜ ਨੂੰ ਸਮਝ ਲਿਆ ਵੀ ਇਹ ਸਰੀਰ ਮਿੱਟੀ ਦਾ ਬਣਿਆ ਹੈ ਤੇ ਮਿੱਟੀ ਵਿੱਚ ਸਮਾ ਜਾਣਾ ਹੈ। ਬਿਸ਼ਟਾ ਅਸਤ ਰਕਤ ਪਰੇਟੇ ਚਾਮ, ਇਸ ਉਪਰਲੇ ਰੱਖੈ ਗੁਮਾਨ। ਫਿਰ ਉਹ ਆਪਣਾ ਮਾਣ, ਆਪਣਾ ਹੰਕਾਰ, ਅੰਗਤਾ ਜਿਹੜੀ ਹੈ ਅੰਦਰੋਂ ਛੱਡ ਦਿੰਦੇ ਨੇ। ਤੇ ਜਿਹੜੇ ਅੰਗਤਾ ਨੂੰ ਛੱਡ ਦਿੰਦੇ ਨੇ ਉਹ ਨਿਰੰਕਾਰ ਕਰਤਾਰ ਦੇ ਵਿੱਚ ਜਾ ਕੇ ਇੱਕਮਿਕ ਹੋ ਜਾਂਦੇ ਨੇ। ਜਿਵੇਂ ਮੈਂ ਉਦਾਹਰਣ ਦਿੱਤਾ ਸੀ, ਚੁੱਲ੍ਹੇ ਦੇ ਵਿੱਚੋਂ ਕੋਲਾ ਕੱਢ ਕੇ ਬਾਹਰ ਰੱਖੋਗੇ, ਕਾਲਾ ਹੋ ਜਾਏਗਾ। ਉਹਨੂੰ ਦੁੱਧ ਦਹੀਂ ਦੇ ਨਾਲ ਸਾਫ਼ ਕਰਨ ਦੇ ਨਾਲ ਉਹਨੇ ਆਪਣਾ ਰੂਪ ਨਹੀਂ ਵਟਾਉਣਾ, ਆਪਣੇ ਰੂਪ ਵਿੱਚ ਨਹੀਂ ਆਉਣਾ। ਜੇ ਚੁੱਲ੍ਹੇ ਦੇ ਵਿੱਚ ਮੁੜ ਕੇ ਰੱਖ ਦਈਏ ਤੇ ਉਹ ਆਪਣੇ ਰੂਪ ਵਿੱਚ ਆ ਜਾਂਦਾ ਹੈ। ਜੇ ਬੰਦਿਆ ਤੂੰ ਰੱਬ ਨਾਲ ਵਿਛੜਿਆ ਹੈ ਤੇ ਤੇਰੇ ਅੰਦਰ ਹਉਮੈ ਨੇ ਇਹੋ ਜੀ ਕਾਲਖ ਭਰ ਦਿੱਤੀ ਹੈ, ਦੂਰ ਕਰ ਦਿੱਤਾ ਹੈ। ਜੇ ਤੂੰ ਗੁਰੂ ਕੋਲ ਆ ਜਾਏਗਾ, ਤੇਰੇ ਅੰਦਰੋਂ ਹਉਮੈ ਫਿਰ ਨਿਕਲ ਜਾਏਗੀ। ਇਹ ਤਾਂ ਹੀ ਹੋਵੇਗਾ ਜੇ ਅਸੀਂ ਸ਼ਬਦ ਨਾਲ ਜੁੜੀਏ। ਸ਼ਬਦ ਦੀ ਵਿਚਾਰ ਕਰਦੇ ਹਾਂ, ਭੁੱਲਾ ਨਾਚ ਤਾਰਿਆ ਜੀ। ਮੈਂ ਸਿਲਸਿਲਾ ਇਹ ਸ਼ੁਰੂ ਕੀਤਾ ਸੀ, ਸੰਸਾਰਕ ਵਿਹਾਰਕ ਤੇ ਆਤਮਿਕ ਜੰਗ। ਇਹ ਗੁਰੂ ਸਾਹਿਬ ਜੀ ਸਾਨੂੰ ਆਤਮਿਕ ਜੰਗ ਦੀ ਗੱਲ ਕਰਦੇ ਨੇ। ਆਤਮਾ ਨੂੰ ਕਿਵੇਂ ਬਲਵਾਨ ਕਰਨਾ ਹੈ, ਆਤਮਾ ਨੂੰ ਕਿਵੇਂ ਗੁਰੂ ਕੀ ਬਾਣੀ ਰਾਹੀਂ ਚਾਨਣਾ ਦੇਣਾ ਹੈ। ਗੁਰੂ ਕਿਰਪਾ ਕਰਨ ਸਾਨੂੰ ਚਾਨਣਾ ਆ ਜਾਏ ਬਾਣੀ ਰਾਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਕਥਾ ਵਿਚਾਰ ਰਾਹੀਂ ਹਾਜ਼ਰੀ ਭਰ ਰਹੇ ਸਨ ਸਤਿਕਾਰਯੋਗ ਗਿਆਨੀ ਦਿਲਬਾਗ